ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਉੱਤੇ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਦੇਖ ਰਹੇ ਹਾਂ, ਸੁਣ ਰਹੇ ਹਾਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹਾਂ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਜੋ ਕੁਛ ਵੀ ਅਮਰੀਕਾ ਭਰ ਦੇ ਵਿੱਚ ਅਤੇ ਵਿਸ਼ਵ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਾਥ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿੱਥੇ ਉਹਨਾਂ ਦੇ 3 ਪਾਰਟੀ ਹਾਲਸ ਨੇ। 200 ਤੋਂ ਲੈ ਕੇ 1200 ਬੰਦਿਆਂ ਤੱਕ ਦੀ ਕਪੈਸਿਟੀ ਦੇ ਵੱਖ-ਵੱਖ 3 ਹਾਲ ਨੇ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਆ ਅਤੇ ਪਹਿਲਾ ਸਲਾਨੋ ਕਾਊਂਟੀ ਦਾ ਜਿਹੜਾ ਆ 5 ਸਟਾਰ ਬੈਂਕਟ ਹਾਲ ਆ ਅਤੇ ਬਹੁਤ ਹੀ ਵਧੀਆ ਜਿਹੜਾ ਆ ਭੋਜਨ ਉਹ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦਾ ਉੱਥੇ ਮਿਲਦਾ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਜੇ ਇਹਨਾਂ ਦੇ ਹਾਲ ਬੁੱਕ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 707 474 7003 707 474 7003 ਜਾਂ 408 313 9202 ਦੇ ਉੱਤੇ 408 313 9202 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਕੈਨੇਡਾ ਆ ਜਿਹੜਾ ਹੁਣ US ਅਤੇ ਮੈਕਸੀਕੋ ਦੀ ਜਿਹੜੀ ਨਾਫਟਾ ਦੀ ਐਗਰੀਮੈਂਟ ਆ ਉਹ ਆਲਮੋਸਟ ਫਾਈਨਲ ਸਟੇਜਸ ਦੇ ਵਿੱਚ ਹੈਗੀ ਆ। ਅਤੇ ਕੱਲ੍ਹ ਤਾਂ ਨਿਊਜ਼ ਇਹ ਆਈ ਸੀ ਵੀ ਆਲਮੋਸਟ ਡਨ ਹੈਗੀ ਆ। ਅਤੇ ਹੁਣ ਕੈਨੇਡਾ ਵੱਲੋਂ ਵੀ ਨਿਊਜ਼ ਆ ਰਹੀ ਆ। ਕੈਨੇਡੀਅਨ ਅਮਰੀਕਨ ਬਿਜ਼ਨਸ ਕਾਊਂਸਲ ਨੇ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਰੀਮੈਂਪਡ ਨੈਫਟਾ ਆ ਉਹ ਇਸ ਵੀਕ ਸਾਈਨ ਹੋ ਸਕਦਾ ਹੈਗਾ ਆ। ਅਤੇ US ਟਰੇਜਰ ਸੈਕਟਰੀ ਜਿਹੜੇ ਸਟੀਵਨ ਮਨੂਚਿਨ ਆ ਉਹਨਾਂ ਨੇ ਵੀ ਇਹ ਕਿਹਾ ਵੀ ਮੈਨੂੰ ਆਸ ਆ ਵੀ ਜਿਹੜਾ ਕੈਨੇਡਾ ਆ ਇਸ ਹਫ਼ਤੇ ਹੀ ਜਿਹੜਾ ਆ ਨਾਫਟਾ ਦੇ ਉੱਤੇ ਜਿਹੜਾ ਉਹਦਾ ਅਦਰ ਫਾਰਮ ਹੋਊਗੀ ਨਾਫਟਾ ਦੀ ਉਸ ਡੀਲ ਦੇ ਉੱਤੇ ਸਾਈਨ ਕਰੂਗਾ। ਸੋ ਇਹਦੇ ਨਾਲ ਜਿਹੜੀਆਂ ਮਾਰਕੀਟਸ ਹੈਗੀਆਂ ਆ ਨਾਸਡੈਕ ਉਹ ਵੀ ਜਿਹੜੀ ਮੈਕਸੀਕੋ ਦੇ ਵਿੱਚ ਵੀ ਅਤੇ USA ਦੇ ਵਿੱਚ ਵੀ ਜਿਹੜੀ ਆ ਕਾਫੀ ਉੱਪਰ ਗਈ ਹੈਗੀ ਆ। ਬਿਲਕੁਲ। ਸੋ ਇਹ ਕੈਨੇਡਾ ਉਹਨੂੰ ਇਹ ਲੱਗ ਰਿਹਾ ਵੀ ਕਿਤੇ ਅਸੀਂ ਵਾਂਝੇ ਨਾ ਰਹਿ ਜਾਈਏ ਇਸ ਟਰੇਡ ਡੀਲ ਦੇ ਵਿੱਚੋਂ। ਇਸ ਲਈ ਲੱਗ ਰਿਹਾ ਵੀ ਜਿਹੜੀ US ਮੈਕਸੀਕੋ ਡੀਲ ਜਿਹੜੀ ਕੱਲ੍ਹ ਹੋਈ ਆ ਉਹਦੇ ਵਿੱਚ ਇਹ ਵੀ ਸ਼ਾਮਲ ਹੋ ਜਾਣਗੇ। ਜਿੱਦਾਂ ਕੱਲ੍ਹ ਅਮਰੀਕਾ ਵਾਲਿਆਂ ਨੇ ਕਿਹਾ ਹੀ ਸੀਗਾ ਵੀ ਕੈਨੇਡਾ ਨੂੰ ਖੁੱਲ੍ਹਾ ਸੱਦਾ ਆ ਵੀ ਜੇ ਉਹ ਇਸ ਡੀਲ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਦੇ ਲਈ ਜਿਹੜੀ ਜਗ੍ਹਾ ਆ ਉਹ ਜ਼ਰੂਰ ਬਣਾਵਾਂਗੇ ਅਤੇ ਡੀਲ ਜਿਹੜੀ ਉਹਨਾਂ ਦੇ ਨਾਲ ਕਰਾਂਗੇ। ਕਿਉਂਕਿ ਇਹ ਜਿਹੜੇ ਟਰੇਡ ਦੀ ਜਿਹੜੀ ਵਾਰ ਦੇ ਕਰਕੇ ਆਮ ਲੋਕਾਂ ਦੇ ਉੱਤੇ ਜਿਹੜਾ ਕਾਫੀ ਅਸਰ ਪੈਂਦਾ ਆ। ਚੀਜ਼ਾਂ ਜਿਹੜੀਆਂ ਕਾਫੀ ਮਹਿੰਗੀਆਂ ਜਿਹੜੀਆਂ ਉਹ ਹੋ ਜਾਂਦੀਆਂ ਕਿਉਂਕਿ ਰੋਜ਼ਮर्रा ਦਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਬਹੁਤ ਜਿਹੜਾ ਐਕਸਪੋਰਟ ਇੰਪੋਰਟ ਆ ਉਹ ਹੁੰਦਾ ਆ। ਸੋ ਕਿਤੇ ਨਾ ਕਿਤੇ ਅਮਰੀਕਾ ਦੇ ਦਬਾਅ ਹੇਠ ਇੱਦਾਂ ਲੱਗ ਰਿਹਾ ਆ ਵੀ ਮੈਕਸੀਕੋ ਅਤੇ ਕੈਨੇਡਾ ਨੂੰ ਹੁਣ ਝੁਕਣਾ ਜਿਹੜਾ ਆ ਉਹ ਪੈ ਰਿਹਾ ਆ। ਇਹ ਇੱਕ ਜੇ ਕਹਿ ਸਕਦੇ ਹਾਂ ਜਦੋਂ ਸਾਰੀ ਸਾਹਮਣੇ ਆਈ ਉਦੋਂ ਪਤਾ ਲੱਗੂਗਾ, ਪਰ ਕਿਤੇ ਨਾ ਕਿਤੇ ਇੱਦਾਂ ਕਹਿ ਸਕਦੇ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਜਿੱਤ ਜਿਹੜੀ ਆ ਉਹ ਸਾਬਤ ਹੋ ਰਹੀ ਆ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਕੈਨੇਡੀਅਨ ਫੋਰਨ ਮਿਨਿਸਟਰ ਜਿਹੜੀ ਹੈਗੇ ਆ ਕ੍ਰਿਸਟੀਆ ਫਰੀਲੈਂਡ ਉਹ ਵਾਸ਼ਿੰਗਟਨ ਦੇ ਵਿੱਚ ਨੈਗੋਸ਼ੀਏਸ਼ਨ ਕਰਨ ਨੂੰ ਪਹੁੰਚੇ ਹੋਏ ਹੈਗੇ ਆ। 1994 ਤੋਂ ਬਾਅਦ ਜਿਹੜਾ ਇਹ ਐਗਰੀਮੈਂਟ ਆ ਇਹਦੇ ਉੱਤੇ ਵਰਕਆਊਟ ਹੋਊਗਾ। ਅਤੇ ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਟਰੇਡ ਦੇ ਲਈ ਸਭ ਤੋਂ ਵੱਡਾ ਦਿਨ ਕਿਹਾ ਸੀ ਕਿਉਂਕਿ ਜਿਹੜਾ ਮੈਕਸੀਕੋ ਦੇ ਨਾਲ ਡੀਲ ਹੋਈ ਸੀ ਅਤੇ ਉਹਦੇ ਨਾਲ ਜਿਹੜੇ US ਦੇ ਸਟਾਕਸ ਆ ਆਲ ਟਾਈਮ ਕਹਿੰਦੇ ਹਾਈ ਗਏ ਸੀ। ਇਸੇ ਤਰ੍ਹਾਂ ਏਸ਼ੀਅਨ ਇਕੁਇਟੀਜ਼ ਵੀ ਜਿਹੜੀਆਂ ਆ ਕਾਫੀ ਉੱਪਰ ਗਈਆਂ ਸੀਗੀਆਂ। ਮੈਰੀ ਸਕਾਟ ਗ੍ਰੀਨਵੁੱਡ ਜਿਹੜੇ CEO ਹੈਗੇ ਆ ਕੈਨੇਡੀਅਨ ਅਮਰੀਕਨ ਬਿਜ਼ਨਸ ਕਾਊਂਸਲ ਦੇ, ਉਹਨਾਂ ਨੇ ਕਿਹਾ ਵੀ ਕੈਨੇਡਾ ਬਿਲਕੁਲ ਜੁਆਇਨ ਕਰ ਲਏਗਾ ਐਗਰੀਮੈਂਟ ਦੇ ਵਿੱਚ ਅਤੇ ਹੋਪਫੁਲੀ ਇਸ ਹਫ਼ਤੇ ਦੇ ਅਖੀਰ ਤੱਕ ਜਿਹੜੇ ਆ ਸਾਈਨ ਹੋ ਜਾਊਗੇ।
ਜੀ ਬਿਲਕੁਲ ਬਿਲਕੁਲ। ਸੋ ਦੇਖਦੇ ਹਾਂ ਵੀ ਇਸ ਪੂਰੇ ਦੇ ਵਿੱਚ ਕਿਹੜੀਆਂ ਜਿਹੜੀਆਂ ਸ਼ਰਤਾਂ ਅਤੇ ਕੌਣ ਇਸ ਦੇ ਵਿੱਚ ਕਹਿ ਲਓ ਵੀ ਜੇਤੂ ਰਹੂਗਾ ਅਤੇ ਕੌਣ ਇਸ ਦੇ ਵਿੱਚ ਟਰੇਡ ਦੇ ਵਿੱਚ ਹਾਰ ਰਹੂਗਾ ਜਾਂ ਬਰਾਬਰ ਦਾ ਜਿਹੜਾ ਕੰਮ ਆ ਉਹ ਰਹੂਗਾ, ਕਿਉਂਕਿ ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਐਲੂਮੀਨੀਅਮ ਅਤੇ ਸਟੀਲ ਉੱਤੇ ਇਹਨਾਂ ਦੋਨਾਂ ਮੁਲਕਾਂ ਦੇ ਉੱਤੇ ਜਿਹੜਾ 25% 10% ਜਿਹੜਾ ਟੈਕਸ ਆਲਰੇਡੀ ਲੱਗਾ ਹੋਇਆ ਆ। ਅਤੇ ਇਹਦੇ ਕਰਕੇ ਵੈਸੇ ਅਮਰੀਕਾ ਦੀਆਂ ਕਈ ਫੈਕਟਰੀਆਂ ਵੀ ਜਿਹੜੀਆਂ ਖਤਰੇ ਵਿੱਚ ਆ, ਕਈ ਤਾਂ ਬੰਦ ਹੋਣ ਦੀ ਕਗਾਰ ਦੇ ਉੱਤੇ ਪਹੁੰਚ ਗਈਆਂ, ਕਿਉਂਕਿ ਉਹਨਾਂ ਦੇ ਆਰਡਰ ਜਿੰਨੇ ਵੀ ਸੀਗੇ ਉਹ ਸਾਰੇ ਕੈਂਸਲ ਹੋ ਗਏ, ਕਿਉਂਕਿ ਮਹਿੰਗਾ ਉਹਨਾਂ ਨੂੰ ਸਮਾਨ ਜਿਹੜਾ ਉਹ ਵੇਚਣਾ ਪੈਣਾ ਸੀਗਾ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਆ ਨੇ ਡਾਓ ਜੋਨਸ ਦਾ ਜਿਹੜਾ ਅਮਰੀਕਾ ਦਾ ਉਸਨੇ 26,000 ਦਾ ਆਂਕੜਾ ਇੱਕ ਵਾਰੀ ਫੇਰ ਜਿਹੜਾ ਆ ਉਹ ਪਾਰ ਕੀਤਾ ਆ। ਨੈਸਡੈਕ ਵੀ 8,000 ਤੋਂ ਉੱਤੇ ਜਿਹੜਾ ਇਸ ਟਾਈਮ ਚੱਲ ਰਿਹਾ ਆ, ਅਤੇ S&P ਜਿਹੜਾ ਆ ਤਕਰੀਬਨ 2900 ਦੇ ਪੁਆਇੰਟਾਂ ਦੇ ਨਜ਼ਦੀਕ ਜਿਹੜਾ ਉੱਥੇ ਚੱਲ ਰਿਹਾ ਆ। ਅੱਜ ਵੀ ਜਿਹੜਾ ਡਾਓ ਜੋਨਸ ਦੇ ਵਿੱਚ ਉੱਦਾਂ ਵੈਸੇ ਮਾਮੂਲੀ ਜਿਹਾ 15 ਪੁਆਇੰਟਾਂ ਦਾ ਵਾਧਾ ਜਿਹੜਾ ਇਸ ਟਾਈਮ ਚੱਲ ਰਿਹਾ, ਪਰ ਇਹ ਤਾਂ ਮਾਰਕੀਟ ਦੇ ਐਂਡ ਹੋਣ ਤੱਕ, ਖਤਮ ਹੋਣ ਤੱਕ ਪਤਾ ਲੱਗੂਗਾ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਪੂਰਾ ਰਿਹਾ ਆ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਮੈਕਸੀਕੋ ਦੇ ਨਾਲ ਕੈਨੇਡਾ ਦੀਆਂ ਵੀ ਸਟਾਕ ਮਾਰਕੀਟ ਦੇ ਵਿੱਚ ਇਸ ਦਾ ਪੋਜ਼ੀਟਿਵ ਨਿਊਜ਼ ਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ। ਮੈਰੀ ਸਕਾਟ ਗ੍ਰੀਨਵੁੱਡ ਜਿਹੜੇ CEO ਆ ਕੈਨੇਡੀਅਨ ਅਮਰੀਕਨ ਬਿਜ਼ਨਸ ਕਾਉਂਸਲ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਕੈਨੇਡੀਅਨ ਲੋਕ ਆ ਉਹ ਕਿਸੇ ਤਰ੍ਹਾਂ ਦੀ ਥ੍ਰੈਟ ਤਾਂ ਨਹੀਂ ਉਹਨੂੰ ਜਿੱਦਾਂ ਚੰਗੇ ਦਿਲ ਦੇ ਨਾਲ ਲੈਂਦੇ, ਪਰ ਉਹਨਾਂ ਨੂੰ ਇਹ ਵੀ ਪਤਾ ਆ ਵੀ ਜਿਹੜੀ ਸਾਨੂੰ ਟਰੇਡ ਦੇ ਉੱਤੇ ਡੀਲ ਆ USA ਦੇ ਨਾਲ ਬਹੁਤ ਜਲਦੀ ਕਰਨੀ ਪੈਣੀ ਹੈਗੀ ਆ। ਇਹ ਜਿਹੜੀ ਵਿੰਡੋ ਆਫ ਓਪਰਚੁਨਿਟੀ ਆ ਇਹ ਬਹੁਤ ਸ਼ਾਰਟ ਹੈਗੀ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਸਾਡੀ ਡੀਲ USA ਦੇ ਨਾਲ ਨਾ ਹੋਈ ਅਤੇ USA ਜਿਹੜਾ ਆ ਉਹ ਆਪਣਾ ਅਟੈਂਸ਼ਨ ਚਾਈਨਾ ਜਾਂ ਵਰਲਡ ਟਰੇਡ ਆਰਗੇਨਾਈਜੇਸ਼ਨ ਨੂੰ ਕਰ ਸਕਦਾ ਹੈਗਾ ਆ। ਉਹਦੇ ਨਾਲ ਫਿਰ ਜਿਹੜਾ ਕੈਨੇਡਾ ਨੂੰ ਕਾਫੀ ਘਾਟਾ ਪਊਗਾ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਜੇ ਕੈਨੇਡਾ ਵਾਲੇ ਡੀਲ ਮੰਨਣ ਨੂੰ ਤਿਆਰ ਹੈਗੇ ਆ ਅਤੇ ਨੈਕਸਟ ਡੇ ਇਹ ਜਿਹੜੀ ਲਾਗੂ ਹੋ ਸਕਦੀ ਆ, ਖਾਸ ਕਰਕੇ ਜਿਹੜੇ ਕਾਰਾਂ ਦੇ ਵਿੱਚ ਜਿਹੜੀਆਂ ਕੈਨੇਡਾ ਤੋਂ ਆਉਂਦੀਆਂ। ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਕਾਰਾਂ ਦਾ ਜਿਹੜੇ ਬਹੁਤ ਸਾਰੇ ਪਾਰਟਸ ਹੈਗੇ ਆ ਟੋਰਾਂਟੋ ਏਰੀਏ ਦੇ ਵਿੱਚ ਬਣਦੇ ਹੈਗੇ ਆ। ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੀ ਇਹ ਇੰਡਸਟਰੀ ਆ ਉੱਥੋਂ ਗਾਇਬ ਹੁੰਦੀ ਜਾ ਰਹੀ ਆ। ਸੋ ਜੇ ਕੈਨੇਡਾ ਅਤੇ US ਟਰੇਡ ਐਗਰੀਮੈਂਟ ਹੋ ਜਾਂਦਾ, ਇਹਦੇ ਨਾਲ ਕੈਨੇਡਾ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਣਾ ਹੈਗਾ ਆ। ਜੀ ਬਿਲਕੁਲ ਬਿਲਕੁਲ। ਅਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਅੱਜ ਜਿਹੜਾ ਫੇਰ ਪ੍ਰਾਇਮਰੀਜ਼ ਦਾ ਜਿਹੜਾ ਦਿਨ ਹੈਗਾ ਆ, ਐਰੀਜ਼ੋਨਾ ਫਲੋਰੀਡਾ ਜਿਹੜੀਆਂ ਇਹ ਅਹਿਮ ਜਿਹੜੇ ਸੂਬੇ ਆ ਜਿਨ੍ਹਾਂ ਵਿੱਚ ਪ੍ਰਾਇਮਰੀਜ਼ ਜਿਹੜੀਆਂ ਹੋਣੀਆਂ ਆ। ਇਸ ਤੋਂ ਬਾਅਦ ਦੇ ਵਿੱਚ ਬਹੁਤ ਹੀ ਥੋੜ੍ਹੇ ਜਿਹੜੇ ਹੋਰ ਰਹਿ ਗਏ ਨੇ ਜਿੱਥੇ ਪ੍ਰਾਇਮਰੀਜ਼ ਜਿਹੜੀਆਂ ਰਹਿ ਗਈਆਂ ਨੇ, ਤਕਰੀਬਨ 4-5 ਸੂਬੇ ਜਿਹੜੇ ਰਹਿ ਗਏ ਨੇ। ਸੋ ਸਤੰਬਰ 12 ਨੂੰ ਆਈ ਥਿੰਕ ਅਖੀਰਲੀ ਜਿਹੜੀ ਰੋਡ ਆਈਲੈਂਡ ਦੇ ਵਿੱਚ ਜਿਹੜੀ ਪ੍ਰਾਇਮਰੀ ਆ ਉਹ ਉੱਥੇ ਉੱਦਣ ਹੋਣੀ ਆ। ਸੋ ਤਕਰੀਬਨ 2 ਵੀਕ ਦੇ ਵਿੱਚ ਸਾਰੀਆਂ ਪ੍ਰਾਇਮਰੀਜ਼ ਖਤਮ ਹੋ ਜਾਣਗੀਆਂ ਅਤੇ ਫਿਰ ਸਾਰਿਆਂ ਦਾ ਜ਼ੋਰ ਜਿਹੜਾ ਨਵੰਬਰ ਦੀਆਂ ਇਲੈਕਸ਼ਨਸ ਆ ਉਸ ਦੇ ਵੱਲ ਨੂੰ ਜਿਹੜਾ ਵੱਧ ਜਾਊਗਾ। ਸੋ ਐਰੀਜ਼ੋਨਾ ਦੇ ਵਿੱਚ ਉੱਦਾਂ ਪ੍ਰਾਇਮਰੀ ਜਿਹੜੀ ਹਰਜੋਤ ਸਿੰਘ ਜੀ ਇੱਥੇ ਹੈਗੀ ਆ, ਅਤੇ ਨਾਲ ਦੇ ਨਾਲ ਇਹ ਵੀ ਦੇਖਣ ਵਾਲੀ ਗੱਲ ਆ ਵੀ ਐਰੀਜ਼ੋਨਾ ਦੇ ਜਿਹੜੇ ਸੈਨੇਟਰ ਜਿਹੜੇ ਜੌਨ ਮਕੇਨ ਆ ਉਹ ਉਹਨਾਂ ਦਾ ਬੀਤੇ ਦਿਨੀ ਜਿਹੜਾ ਦੇਹਾਂਤ ਹੋ ਗਿਆ, ਇੱਕ ਯੁੱਗ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਉੱਥੇ ਅੰਤ ਹੋਇਆ ਆ। ਸੋ ਉਹ ਤਾਂ ਹੁਣ ਜਦੋਂ ਨੈਕਸਟ ਟਾਈਮ ਸਪੈਸ਼ਲ ਇਲੈਕਸ਼ਨ ਹੋਣਗੀਆਂ ਉਦੋਂ ਹੀ ਉੱਥੇ ਹੋਊਗਾ, ਪਰ ਹਾਲ ਦੀ ਘੜੀ ਕਹਿੰਦੇ ਉੱਥੇ ਦੇ ਗਵਰਨਰ ਆ ਕਿਸੇ ਨੂੰ ਉੱਥੋਂ ਅਪੁਆਇੰਟ ਜਿਹੜੇ ਆ ਉਹ ਕਰ ਸਕਦੇ ਨੇ। ਸੋ ਇਹ ਹੁਣ ਦੇਖਦੇ ਹਾਂ ਵੀ ਅੱਜ ਜਿਹੜੀ ਇਹ ਪ੍ਰਾਇਮਰੀਜ਼ ਦੇ ਵਿੱਚ ਕੌਣ ਜਿੱਤਦਾ ਆ, ਕੌਣ ਜਿਹੜਾ ਇਸ ਦੇ ਵਿੱਚ ਹਾਰਦਾ ਆ। ਫਲੋਰੀਡਾ, ਐਰੀਜ਼ੋਨਾ, ਓਕਲਾਹੋਮਾ ਦੇ ਜਿਹੜੀਆਂ ਪ੍ਰਾਇਮਰੀਜ਼ ਆ ਉਹਨਾਂ ਦੇ ਅੱਜ ਜਿਹੜੇ ਆ ਉਹ ਫੈਸਲੇ ਆਉਣਗੇ। ਅਤੇ ਜਿਹੜੇ ਟਰੰਪ ਹੁਣਾਂ ਦੇ ਵੱਲੋਂ ਆ ਉਹ ਐਂਡੋਰਸਮੈਂਟ ਜਿਹੜੀ ਆ ਡੀ ਸੈਂਟਿਸ ਕਰਕੇ ਜਿਹੜੇ ਹੈਗੇ ਨੇ, ਰੌਨ ਡੀ ਸੈਂਟਿਸ ਜਿਹੜੇ ਗਵਰਨਟੋਰੀਅਲ ਕੈਂਡੀਡੇਟ ਨੇ ਉੱਥੇ ਗਵਰਨਰ ਦੇ ਲਈ, ਉਹਨਾਂ ਨੇ ਐਂਡੋਰਸ ਜਿਹੜਾ ਆਲਰੇਡੀ ਕੀਤਾ ਆ। ਸੋ ਦੇਖਦੇ ਹਾਂ ਵੀ ਅਖੀਰਲੇ ਮੌਕੇ ਦੇ ਉੱਤੇ ਅੱਜ ਰਾਸ਼ਟਰਪਤੀ ਟਰੰਪ ਜੇ ਕਿਸੇ ਨੂੰ ਐਂਡੋਰਸਮੈਂਟ ਹੋਰ ਦਿੰਦੇ ਨੇ ਜਾਂ ਨਹੀਂ। ਜੀ ਬਿਲਕੁਲ। ਸੋ ਐਰੀਜ਼ੋਨਾ, ਫਲੋਰੀਡਾ, ਓਕਲਾਹੋਮਾ ਦੀਆਂ ਪ੍ਰਾਇਮਰੀ ਅੱਜ ਹੋਣ ਜਾ ਰਹੀਆਂ ਆ, ਅਤੇ ਕੁਛ ਕੁ ਸਟੇਟ ਜਿਹੜੀਆਂ ਹੈਗੀਆਂ ਮੈਸਾਚੂਸੇਟਸ, ਨਿਊਯਾਰਕ, ਉਹਨਾਂ ਦੀਆਂ ਪ੍ਰਾਇਮਰੀ ਜਿਹੜੀਆਂ ਆ ਉਹ ਸਤੰਬਰ 'ਚ ਹੋਣਗੀਆਂ। ਅਤੇ ਗਵੈਨ ਗ੍ਰਾਹਮ ਜਿਹੜੇ ਹੈਗੇ ਆ ਕਹਿੰਦੇ ਵੀ ਇਹ ਫਾਰਮਰ US ਰਿਪਰੈਜ਼ੈਂਟੇਟਿਵ ਹੈਗੇ ਆ, ਅਤੇ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਦੇ ਲਈ ਜਿਹੜਾ ਆ ਉਹ ਇਲੈਕਸ਼ਨ ਲੜ ਰਹੇ ਆ, ਅਤੇ ਇਕੱਲੀ ਉਹ ਲੇਡੀ ਹੈਗੀ ਆ, ਬਾਕੀ ਦੇ ਸਾਰੇ ਮੈਨ ਆ ਉੱਥੇ। ਅਤੇ ਕਹਿੰਦੇ ਵੀ ਉਹਦੇ ਚਾਂਸ ਜਿਹੜੇ ਜਿੱਤਣ ਦੇ ਕਾਫੀ ਜ਼ਿਆਦਾ ਹੈਗੇ ਆ, ਪਰ ਕਿੰਨਾ ਕੁ ਮਨੀ ਉੱਥੇ ਸਪੈਂਡ ਹੁੰਦਾ ਆ। ਮਿਆਮੀ ਬੀਚ ਦੇ ਮੇਅਰ ਜਿਹੜੇ ਫਿਲ ਲਵਾਈਨ ਆ ਉਹ ਵੀ ਗਵਰਨਰ ਲਈ ਖੜੇ ਆ, ਕਹਿੰਦੇ ਪਈ ਉਹਨਾਂ ਨੇ $23 ਮਿਲੀਅਨ ਜਿੱਦਾਂ ਏਅਰਵੇਜ਼ ਦੇ ਉੱਤੇ, ਜਿੱਦਾਂ TV ਦੇ ਉੱਤੇ ਜਾਂ ਰੇਡੀਓ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਲਈ ਖਰਚਿਆ ਹੈਗਾ ਆ।
ਇਸੇ ਤਰ੍ਹਾਂ ਬਿਲੀਨੀਅਰ ਜੈਫ ਗ੍ਰੀਨ ਆ, ਉਹਨਾਂ ਨੇ $26.5 ਮਿਲੀਅਨ ਇਸ ਰੇਸ ਦੇ ਵਿੱਚ ਜਿਹੜਾ ਪੁੱਟ ਕੀਤਾ ਹੈਗਾ ਆ। ਅਤੇ ਜਿਹੜੇ ਗ੍ਰੈਮ ਆ ਉਹਨਾਂ ਨੇ $12.4 ਮਿਲੀਅਨ ਜਿਹੜਾ ਆ ਪੁੱਟ ਕੀਤਾ ਹੈਗਾ ਆ। ਤੇ ਕਹਿੰਦੇ ਵੀ ਥੋੜ੍ਹੀ ਜਿਹੀ ਫੇਵਰੇਬਲ ਚੱਲ ਰਹੀ ਆ ਵੇਵ ਉਹਨਾਂ ਦੇ ਹੱਕ ਦੇ ਵਿੱਚ ਗਵੈਨ ਗ੍ਰੈਹਮ ਦੇ। ਤੇ ਦੇਖੋ ਹੁਣ ਅੱਜ ਰਾਤ ਨੂੰ ਪਤਾ ਲੱਗ ਜਾਊਗਾ ਵੀ ਕੌਣ ਉੱਥੋਂ ਜਿੱਤਦਾ ਆ। ਬਿਲਕੁਲ ਬਿਲਕੁਲ, ਇਹ ਸ਼ਾਮ ਤਾਈਂ ਆਪਣੇ ਇੱਥੇ ਪਹਿਲਾਂ ਹੀ ਜਿਹੜਾ ਆਪਾਂ ਨੂੰ ਪਤਾ ਲੱਗ ਜਾਣਾ, ਕਿਉਂਕਿ ਉੱਥੇ ਸਮਾਂ ਜਿਹੜਾ ਜਲਦੀ ਕਲੋਜ਼ ਹੁੰਦਾ ਅਤੇ ਜਲਦੀ ਜਿਹੜੀਆਂ ਕਾਊਂਟ ਆ ਉੱਥੇ ਹੋ ਜਾਂਦੀਆਂ ਨੇ। ਸੋ ਕਾਫੀ ਜਿਹੜਾ ਰਿਹਾ, ਜਿੱਦਾਂ ਆਪਾਂ ਫਲੋਰੀਡਾ ਗਵਰਨਰ ਦੇ ਜਿਹੜੀ TV ਸਪੈਂਡਿੰਗ ਦੀ ਜੇ ਗੱਲ ਕਰੀਏ ਤਾਂ ਕਾਫੀ ਕੜਾ ਮੁਕਾਬਲਾ ਆ। ਗ੍ਰੀਨ ਕੈਂਪੇਨ ਜਿਹੜਾ ਹੈਗਾ ਆ ਉਹਨਾਂ ਨੇ $26 ਮਿਲੀਅਨ ਜਿਹੜੇ ਆ ਉਹ ਲਾਏ ਨੇ, ਅਤੇ ਲਵੀਨ ਕੈਂਪੇਨ ਜਿਹੜਾ ਉਹਨਾਂ ਨੇ $23 ਮਿਲੀਅਨ ਜਿਹੜੇ ਆ ਉਹ ਖਰਚੇ ਨੇ। ਅਤੇ ਕਹਿੰਦੇ ਵੀ ਹੁਣ ਤੱਕ ਉਸ ਰੇਸ ਦੇ ਉੱਤੇ ਤਕਰੀਬਨ $120 ਮਿਲੀਅਨ ਜਿਹੜੇ ਆ ਉਹ ਖਰਚੇ ਜਾ ਚੁੱਕੇ ਆ। ਇਹ ਐਡਵਰਟਾਈਜ਼ਮੈਂਟ ਐਨਾਲਿਟਿਕਸ ਉਹਦੇ ਮੁਤਾਬਕ ਜਿਹੜੇ ਆંકੜੇ ਆ ਉਹ ਸਾਹਮਣੇ ਆਏ ਨੇ। ਸੋ ਓਵਰਆਲ ਕਾਫੀ ਜ਼ਿਆਦਾ ਜਿਹੜੇ ਉੱਥੇ ਲੋਕ ਲੱਗੇ ਹੋਏ ਨੇ, ਪਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਕੁਛ ਜ਼ਿਆਦਾ ਹੀ ਜਿਹੜਾ ਉੱਥੇ ਖਰਚਾ ਉੱਥੇ ਕੀਤਾ ਆ। ਜੀ ਬਿਲਕੁਲ। ਸੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਦੋਂ ਪਿਛਲੀ ਵਾਰੀ ਵੀ ਹੋਈਆਂ ਸੀ, ਹਿਲਰੀ ਕਲਿੰਟਨ ਨੇ ਬਹੁਤ ਹੀ ਜ਼ਿਆਦਾ ਅਮਾਊਂਟ ਪ੍ਰੈਜ਼ੀਡੈਂਟ ਟਰੰਪ ਦੇ ਮੁਕਾਬਲੇ ਸਪੈਂਡ ਕੀਤਾ ਸੀ, ਪਰ ਹੁਣ ਦੇਖੋ ਇਲੈਕਸ਼ਨ ਰਿਜ਼ਲਟ ਕੀ ਆਉਂਦੇ ਆ, ਉਹ ਤੋਂ ਬਾਅਦ ਹੀ ਪਤਾ ਚੱਲੂਗਾ। ਜੀ ਜੀ ਬਿਲਕੁਲ। ਸੋ ਇੱਥੇ ਵੀ ਵੈਸੇ ਜੇ ਦੇਖਿਆ ਜਾਵੇ ਤਾਂ ਕਾਫੀ ਡਾਲਰ ਪ੍ਰਧਾਨ ਆ ਇਲੈਕਸ਼ਨਾਂ ਦੇ ਵਿੱਚ। ਜਿਹੜੇ ਬੰਦੇ ਗੁੱਡ ਫੰਡ ਰੇਜ਼ਿੰਗ ਕਰਦੇ ਆ, ਜਿਹੜੇ ਜ਼ਿਆਦਾ ਸਪੈਂਡ ਕਰਦੇ ਆ, ਉਹਨਾਂ ਦੇ ਚਾਂਸਿਸ ਕਿਤੇ ਨਾ ਕਿਤੇ ਜਿਹੜੇ ਆ ਉਹ ਵੱਧ ਜਾਂਦੇ ਆ। ਤਾਂ ਹੀ ਇੱਥੇ ਹਮੇਸ਼ਾ ਰੌਲਾ ਪੈਂਦਾ ਵੀ ਜਿਹੜੇ ਸਪੈਸ਼ਲ ਇੰਟਰਸਟ ਗਰੁੱਪਸ ਹੁੰਦੇ ਆ ਜਾਂ ਜਿਹੜੇ ਲੌਬਿਸਟ ਹੁੰਦੇ ਆ, ਉਹ ਇੱਧਰੋਂ ਉੱਧਰੋਂ ਫਿਰ ਪੈਸਾ ਜਦੋਂ ਆ ਜਾਂਦਾ ਆ ਅਤੇ ਫਿਰ ਉਹਨਾਂ ਦੇ ਜਿਹੜੀਆਂ ਗੱਲਾਂ ਆ ਉਹ ਜ਼ਿਆਦਾ ਤਰਜੀਹ ਜਿਹੜੀਆਂ ਬਾਅਦ ਦੇ ਵਿੱਚ ਦਿੱਤੀਆਂ ਵੀ ਜਾਂਦੀਆਂ, ਕਿਉਂਕਿ ਫਿਰ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਲਾਉਣੇ ਵੀ ਆ ਤਾਂ ਉਹਨਾਂ ਨੇ ਫਿਰ ਵਾਪਸ ਤਾਂ ਲੈਣੇ ਹੀ ਆ। ਜਿੱਦਾਂ ਆਪਾਂ ਉੱਥੇ ਗੱਲਾਂ ਸੁਣਦੇ ਹਾਂ ਵੀ ਅੰਬਾਨੀ ਅਡਾਨੀ ਹੁਣਾਂ ਨੇ ਜਿੱਦਾਂ ਕੀਤਾ ਆ, ਸੋ ਉੱਦਾਂ ਦੀ ਗੱਲ ਕਿਤੇ ਨਾ ਕਿਤੇ ਰਹਿੰਦੀ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕੀ ਬਣਦਾ, ਕਿਉਂਕਿ ਪਿਛਲੇ ਦਿਨਾਂ 'ਚ ਜਿਹੜੀ ਸੈਨੇਟਰ ਐਲਿਜ਼ਾਬੈਥ ਵਾਰਨ ਆ ਉਹਨਾਂ ਨੇ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਲੌਬਿਸਟ ਆ, ਲੌਬਿੰਗ ਆ, ਉਸ ਨੂੰ ਬੰਦ ਕੀਤਾ ਜਾਵੇ। ਜੀ। ਤੇ ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਗੂਗਲ ਦੇ ਦੁਆਲੇ ਹੋਏ ਹੈਗੇ ਆ। ਕਹਿੰਦੇ ਵੀ ਜਿਹੜੇ ਗੂਗਲ ਆ ਇਹ ਜਿਹੜਾ ਸਰਚ ਇੰਜਨ ਆ ਇਹਦਾ ਇੱਕ ਤਰ੍ਹਾਂ ਨਾਲ ਰਿਗਡ ਹੈਗਾ ਆ, ਵੀ ਇਹ ਬਹੁਤ ਵਾਇਸ ਚੱਲ ਰਿਹਾ ਕੰਜ਼ਰਵੇਟਿਵਸ ਦੇ ਅਗੇਂਸਟ ਤੇ ਉਹਨਾਂ ਦੇ ਅਗੇਂਸਟ। ਕਹਿੰਦੇ ਜਦੋਂ ਵੀ ਕੋਈ ਗੂਗਲ ਦੇ ਉੱਤੇ ਟਰੰਪ ਨਿਊਜ਼ ਸਰਚ ਕਰਦਾ ਹੈ ਤੇ ਉਹਦੇ ਬਾਰੇ ਜਿਹੜੀਆਂ ਬੈਡ ਸਟੋਰੀਜ਼ ਹੈਗੀਆਂ ਆ ਉਹ ਸਭ ਤੋਂ ਉੱਪਰ ਆਉਂਦੀਆਂ ਹੈਗੀਆਂ ਆ। ਸੋ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਬਹੁਤ ਸਾਰੇ ਮੀਡੀਆ ਦੇ ਉੱਤੇ ਚੰਗੇ ਜਿਹੜਾ ਆਪਣੇ ਤਵੇ ਕੱਸੇ ਆ, ਫੇਕ CNN, ਇਸੇ ਤਰ੍ਹਾਂ ਹੋਰ ਵੀ ਜਿਹੜੇ ਚੈਨਲ ਹੈਗੇ CNBC ਤੇ ਨਿਊਜ਼ਪੇਪਰ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ 350 ਦੇ ਕਰੀਬ ਨਿਊਜ਼ਪੇਪਰ ਨੇ ਆਰਟੀਕਲ ਲਿਖਿਆ ਸੀ ਐਡੀਟੋਰੀਅਲ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ। ਤੇ ਅੱਜ ਜਿਹੜੇ ਆ ਉਹ ਕਹਿੰਦੇ ਵੀ ਗੂਗਲ ਦੇ ਉੱਤੇ ਵੀ ਸਾਨੂੰ ਕੋਈ ਨਾ ਕੋਈ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈਗਾ ਆ, ਕਿਉਂਕਿ ਇਹ ਜਿਹੜਾ ਆ ਸਰਚ ਇੰਜਨ ਆ ਉਹ ਬਾਇਸ ਚੱਲ ਰਿਹਾ ਇਹਨਾਂ ਦਾ। ਜੀ ਬਿਲਕੁਲ। ਕੱਲ੍ਹ ਦਾ ਰੌਲਾ ਬਹੁਤ ਪਿਆ ਆ ਵੀ ਆਪ ਇਹਨਾਂ ਨੇ ਕਿੰਨਾ ਬਾਇਸ ਕੀਤਾ। ਜਿਹੜੇ ਜਿਨ੍ਹਾਂ ਦਾ ਦੇਹਾਂਤ ਹੋਇਆ, ਜੌਨ ਮਕੇਨ, ਉਹਨਾਂ ਦੀ ਸਰਵਿਸ ਹੋਣ ਤੋਂ ਪਹਿਲਾਂ ਹੀ ਜਿਹੜਾ ਝੰਡਾ ਉਹ ਦੁਬਾਰਾ ਤਾਂ ਚੱਕ ਦਿੱਤਾ ਗਿਆ। ਫਿਰ ਲੋਕਾਂ ਦਾ ਕ੍ਰਿਟਿਸਿਜ਼ਮ ਇੰਨਾ ਸੀਗਾ, ਪ੍ਰੈਸ਼ਰ ਉਹਨਾਂ ਦੇ ਉੱਤੇ ਇੰਨਾ ਸੀਗਾ ਵੀ ਬਾਅਦ 'ਚ ਮੁੜ ਕੇ ਵਾਈਟ ਹਾਊਸ ਦੇ ਵਿੱਚ ਹਾਫ ਸਟਾਫ ਦੇ ਉੱਤੇ ਉਹਨਾਂ ਨੂੰ ਜਿਹੜਾ ਆ ਉਹ ਕਰਨਾ ਪਿਆ, ਜਿਹੜਾ ਮੁਲਕ ਦੇ ਝੰਡੇ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇ ਵਜੋਂ। ਫਿਰ ਨਾਲ ਦੇ ਨਾਲ ਉਹਨਾਂ ਦੇ ਪਰਿਵਾਰ ਨੇ, ਮਕੇਨ ਪਰਿਵਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਤੁਸੀਂ ਇੱਥੇ ਆਉਣਾ ਨਹੀਂ। ਲੋਕਾਂ ਨੂੰ ਬਹੁਤ ਜਿਹੜਾ ਇਸ ਚੀਜ਼ ਦਾ ਦੁੱਖ ਹੋਇਆ ਵੀ ਇਹ ਬਿਲਕੁਲ ਪ੍ਰੈਜ਼ੀਡੈਂਸ਼ੀਅਲ ਗੱਲ ਨਹੀਂ ਹੈ। ਅਜਿਹਾ ਇਹ ਬੰਦਾ ਕਿੱਦਾਂ ਵੀ ਮੌਤ ਤੋਂ ਬਾਅਦ ਵੀ ਪਹਿਲਾਂ ਤਾਂ ਤੁਸੀਂ ਉਹਨਾਂ ਦੇ ਨਾਲ ਚਲੋ ਤੁਹਾਡੇ ਹੋਣਗੇ ਮਤਭੇਦ ਹੋਣਗੇ ਜਾਂ ਜਿੱਦਾਂ ਵੀ ਆ, ਪਰ ਜਿੰਨੀ ਸਰਵਿਸ ਉਹਨਾਂ ਨੇ ਕੀਤੀ ਆ, ਪ੍ਰਿਜ਼ਨਰ ਆਫ ਵਾਰ ਰਹੇ ਆ, ਉਹਨਾਂ ਦਾ ਪੂਰਾ ਖਾਨਦਾਨ ਜਿਹੜਾ ਆ ਉਹ ਇਸ ਹਿਸਾਬ ਦੇ ਨਾਲ ਫੌਜ ਦੇ ਵਿੱਚ, ਨੇਵੀ ਦੇ ਵਿੱਚ ਐਡਮਿਰਲ ਵਗੈਰਾ ਜਿਹੜੇ ਉਹ ਰਹੇ ਨੇ, ਅਤੇ ਤੁਸੀਂ ਉਹਨਾਂ ਦੇ ਮਰਨ ਉਪਰੰਤ ਵੀ ਇੱਦਾਂ ਦਾ ਸਲੂਕ ਉਹਨਾਂ ਦੇ ਨਾਲ ਕਰ ਰਹੇ। ਬਹੁਤ ਹੀ ਮਾੜਾ ਜਿਹੜਾ ਆ ਇਹ ਇੱਕ ਗੱਲ ਸੀ। ਇਹ ਕਈ ਜਿਹੜੇ GOP ਵਾਲਿਆਂ ਨੂੰ ਵੀ ਜਿਹੜੀ ਇਹ ਚੀਜ਼ ਆ ਉਹ ਪਸੰਦ ਜਿਹੜੀ ਨਹੀਂ ਆਈ, ਅਤੇ ਸਟੇਟਮੈਂਟ ਜਾਰੀ ਕਰਨ ਤੋਂ ਜਿਹੜਾ ਉਹਨਾਂ ਨੇ ਪਹਿਲੋਂ ਮਨਾ ਕਰ ਦਿੱਤਾ, ਅਤੇ ਕੱਲ੍ਹ ਫਿਰ ਪ੍ਰੈਸ਼ਰ ਇੰਨਾ ਜ਼ਿਆਦਾ ਸੀਗਾ ਵੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਪ੍ਰੈਸ ਰਿਲੀਜ਼ ਵੀ ਜਿਹੜੀ ਆ ਉਹ ਕਰਨੀ ਪਈ। ਅਤੇ ਆਪ ਤਾਂ ਨਹੀਂ ਗਏ, ਮਾਈਕ ਪੈਂਸ, ਜਿਹੜੇ ਜੌਨ ਕੈਲੀ
ਤੇ ਜਿਹੜੇ ਬੋਲਟਨ ਨੇ ਸਿਕਿਉਰਿਟੀ ਐਡਵਾਈਜ਼ਰ ਤੇ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਨੇ ਤੇ ਵਾਈਸ ਪ੍ਰੈਜ਼ੀਡੈਂਟ ਆ, ਉਹ ਉਹਨਾਂ ਨੇ ਜਿਹੜੇ ਆਈ ਥਿੰਕ ਸਰਵਿਸਿਜ਼ ਦੇ ਵਿੱਚ ਜਿਹੜਾ ਅਖੀਰਲੀਆਂ ਸਰਵਿਸਿਜ਼ ਦੇ ਵਿੱਚ ਜੌਨ ਮਕੇਨ ਦੀਆਂ ਉਹਨਾਂ ਦੇ ਵਿੱਚ ਜਿਹੜਾ ਹਿੱਸਾ ਆ ਉਹ ਲਿਆ ਸੀ। ਤੇ ਉਹਨਾਂ ਦੀ ਜਿਹੜੀ ਲਾਸਟ ਜਿਹੜੀਆਂ ਸਟੇਟਮੈਂਟਸ ਵੀ ਸੀਗੀਆਂ ਉਸ ਮੌਕੇ ਦੇ ਉੱਤੇ ਜਿਹੜੇ ਜੌਨ ਮਕੇਨ ਦੇ ਸ਼ਰਧਾਂਜਲੀ ਸਮਾਰੋਹ ਦੇ ਉੱਤੇ, ਉੱਥੇ ਵੀ ਕਾਫੀ ਕਹਿੰਦੇ ਪੋਲੀਟੀਕਲ ਜਿਹੜਾ ਰਿਹਾ ਤੇ ਜਾਂਦੇ ਜਾਂਦੇ ਜਿਹੜੇ ਆ ਉਹ ਵੀ ਕ੍ਰਿਟਿਸਿਜ਼ਮ ਫੇਰ ਕਿਤੇ ਨਾ ਕਿਤੇ ਜਿਹੜੇ ਆ ਰਾਸ਼ਟਰਪਤੀ ਟਰੰਪ ਦਾ ਉਹ ਕਰਕੇ ਗਏ ਨੇ ਉੱਥੇ ਜਿਹੜੇ ਸ਼ਰਧਾਂਜਲੀ ਸਮਾਰੋਹ ਦੇ ਉੱਤੇ ਵੀ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬਹੁਤ ਬੁਰੀ ਖਬਰ ਆ ਰਹੀ ਹੈਗੀ ਆ ਡੈਨਵਰ ਤੋਂ। ਇੱਕ ਕਹਿੰਦੇ ਕੋਲੋਰਾਡੋ ਦੇ ਵਿੱਚ 9 ਸਾਲਾਂ ਦਾ ਜਿਹੜਾ ਬੱਚਾ ਸੀਗਾ ਉਸ ਨੇ ਜਿਹੜਾ ਸੁਸਾਈਡ ਕਰ ਲਿਆ ਹੈਗਾ ਆ, ਕਿਉਂਕਿ ਉਹਦੀ ਬਹੁਤ ਜ਼ਿਆਦਾ ਬੁਲਿੰਗ ਹੋਈ ਸੀ ਸਕੂਲ ਦੇ ਵਿੱਚ। ਆਪਾਂ ਨੂੰ ਪਤਾ ਆ ਸਕੂਲ ਦੇ ਵਿੱਚ ਬੱਚਿਆਂ ਦੀ ਬੁਲਿੰਗ ਬਹੁਤ ਹੁੰਦੀਆਂ, ਬੱਚਿਆਂ ਨੂੰ ਛੇੜਿਆ ਜਾਂਦਾ। ਪੰਜਾਬੀ ਬੱਚਿਆਂ ਦੀ ਤਾਂ ਪਿਛਲੇ ਸਮਿਆਂ 'ਚ ਕਿੰਨੇ ਸਰਵੇ ਆਏ ਆ ਵੀ 50 ਤੋਂ 60% ਬੱਚੇ ਜਿਹੜੇ ਆ ਉਹਨਾਂ ਦੀ ਬੁਲਿੰਗ ਕੀਤੀ ਜਾਂਦੀ ਆ। ਸੋ ਇਹ ਜਿਹੜਾ ਬੱਚਾ ਹੈਗਾ ਆ ਇਹ ਕਹਿੰਦਾ ਵੀ ਇਹ ਗੇ ਸੀ 9 ਸਾਲਾਂ ਦਾ, ਤੇ ਇਸ ਨੇ ਆਪਣੇ ਸਕੂਲ ਦੇ ਵਿੱਚ ਆਪਣੇ ਨਾਲ ਦੇ ਜਿਹੜੇ ਸਾਥੀ ਆ 4ਥੇ ਗ੍ਰੇਡ ਦਾ ਇਹ ਬੱਚਾ, ਉਹਨਾਂ ਨੂੰ ਦੱਸ ਦਿੱਤਾ ਵੀ ਮੈਂ ਗੇ ਆ। ਤੇ ਉਹ ਤੋਂ ਬਾਅਦ ਉਹਨਾਂ ਨੇ ਉਹਦੀ ਜਿਹੜੀ ਆ ਕਾਫੀ ਬੁਲਿੰਗ ਕੀਤੀ ਤੇ ਉਹ ਤੋਂ ਬਾਅਦ ਜਦੋਂ ਉਹ ਘਰ ਆ ਕੇ ਉਸ ਬੱਚੇ ਨੇ ਜਿਹੜਾ ਆ ਆਪਣੇ ਆਪ ਨੂੰ ਮਾਰ ਲਿਆ, ਸੁਸਾਈਡ ਕਰ ਲਿਆ ਹੈਗਾ ਆ। ਸੋ ਇਹ ਬਹੁਤ ਹੀ ਮਾੜੀ ਖਬਰ ਆ ਵੀ ਦੇਖੋ ਇੱਦਾਂ ਦੇ ਛੋਟੇ ਬੱਚਿਆਂ ਤੱਕ ਵੀ ਜਿੱਦਾਂ ਜਿਹੜੇ ਨਾਲ ਦੇ ਬੱਚੇ ਆ ਉਹਨਾਂ ਨੂੰ ਕਿੱਦਾਂ ਤੰਗ ਕਰਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ ਪੌਲ ਮੈਨਾਫੋਰਟ ਦਾ ਜਿਹੜਾ ਅਗਲਾ ਟਰਾਇਲ ਆ ਵਾਸ਼ਿੰਗਟਨ ਦੀ ਕਹਿੰਦੇ ਆ ਡਿਸਟ੍ਰਿਕਟ ਜਿਹੜੀ ਫੈਡਰਲ ਕੋਰਟ ਆ ਉਸ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆ। ਪਰ ਉਸ ਦੇ ਵਿੱਚ ਕਹਿੰਦੇ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਰੋਬਰਟ ਮਿਊਲਰ ਤੇ ਪ੍ਰੋਸੀਕਿਊਟਰ ਜਿਹੜੇ ਹੈਗੇ ਨੇ ਤੇ ਜਿਹੜੇ ਲਾਇਰਸ ਹੈਗੇ ਨੇ ਪੌਲ ਮੈਨਾਫੋਰਟ ਦੇ ਕੇਸ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਓਪਨਿੰਗ ਸਟੇਟਮੈਂਟਸ ਆ ਉਹਨਾਂ ਨੂੰ ਹਾਲ ਦੀ ਘੜੀ ਡਿਲੇ ਜਿਹੜਾ ਆ ਉਹ ਕਰ ਦਿੱਤਾ ਆ। ਜ਼ਿਕਰਯੋਗ ਗੱਲ ਆ ਵੀ ਅੱਜ ਤੋਂ ਹਫ਼ਤਾ ਕੁ ਪਹਿਲਾਂ ਜਿਹੜੇ ਪਹਿਲਾ ਅਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ ਉਹਨਾਂ ਦਾ ਕੋਰਟ ਦੇ ਵਿੱਚ ਇੱਕ ਟਰਾਇਲ ਚੱਲਿਆ ਸੀ ਜਿਸ ਦੇ ਉੱਤੇ ਉਹਨਾਂ ਨੂੰ 18 ਵੱਖ-ਵੱਖ ਅਸੀਂ ਦੋਸ਼ ਲਾਏ ਸੀ, ਜਿਨ੍ਹਾਂ ਵਿੱਚੋਂ 8 ਦੋਸ਼ਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਤੇ 10 ਦੇ ਵਿੱਚ ਜਿਹੜਾ ਮਿਸ ਟਰਾਇਲ ਘੋਸ਼ਿਤ ਕੀਤਾ ਗਿਆ ਸੀਗਾ। ਅਜੇ ਉਸ 8 ਦੋਸ਼ਾਂ ਦੀ ਜਿਹੜੀ ਸਜ਼ਾ ਸੁਣਾਉਣੀ ਜੱਜ ਦੇ ਦੁਆਰਾ ਜਿਹੜੀ ਬਾਕੀ ਆ, ਉਹਨਾਂ ਨੇ ਉਦੋਂ ਇਸ ਲਈ ਸਜ਼ਾ ਨਹੀਂ ਸੁਣਾਈ ਕਿਉਂਕਿ ਅਗਲਾ ਟਰਾਇਲ ਬਹੁਤ ਹੀ ਨਜ਼ਦੀਕ ਸੀਗਾ ਤੇ ਉਸ ਉੱਤੇ ਜਿਹੜਾ ਪ੍ਰਭਾਵ ਕਹਿੰਦੇ ਆ ਸ਼ਾਇਦ ਉਸ ਦਾ ਪੈ ਸਕਦਾ ਸੀਗਾ। ਸੋ ਉਹ ਹੁਣ ਦੇਖਦੇ ਆ ਵੀ ਇਸ ਟਰਾਇਲ ਤੋਂ ਬਾਅਦ ਦੇ ਵਿੱਚ ਕੀ ਬਣੂਗਾ। ਕੱਲ੍ਹ ਇੱਕ ਹੋਰ ਰਿਪੋਰਟ ਹਰਜੋਤ ਸਿੰਘ ਜੀ ਸਾਹਮਣੇ ਆਈ ਸੀ ਵੀ ਜਿਹੜੀ ਪੌਲ ਮੈਨਾਫੋਰਟ ਆ ਉਹਨਾਂ ਦੀ ਜਿਹੜੀ ਪਲੀ ਡੀਲ ਆ ਉਹ ਜਿਹੜੇ ਰੋਬਰਟ ਮਿਊਲਰ ਹੈਗੇ ਆ ਉਹਨਾਂ ਦੇ ਇਨਵੈਸਟੀਗੇਟਰਸ ਦੇ ਨਾਲ ਜਿਹੜੀ ਉਹ ਸ਼ਾਇਦ ਬਣਨ ਜਾ ਰਹੀ ਸੀ, ਪਰ ਉਹ ਜਿਹੜੀ ਸਿਰੇ ਜਿਹੜੀ ਉਹ ਗੱਲ ਨਹੀਂ ਚੜ੍ਹ ਸਕੀ। ਪੌਲ ਮੈਨਾਫੋਰਟ ਦੇ ਨਾਲ ਜਿਹੜੀ ਕੋਈ ਡੀਲ ਆ ਉਹ ਉਦੋਂ ਨਹੀਂ ਬਣਾ ਸਕੇ, ਇਸ ਲਈ ਜਿਹੜਾ ਆ ਉਹਨਾਂ ਦੇ ਨਾਲ ਜਿਹੜਾ ਕੇਸ ਆ ਟਰਾਇਲ ਆ ਉਹ ਚੱਲਿਆ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ, ਕਿਉਂਕਿ ਕੋਈ ਵੀ ਜਿਹੜਾ ਖਾਸ ਕਰਕੇ ਜਿਹੜਾ ਇੰਨਾ ਅਮੀਰ ਬੰਦਾ ਹੁੰਦਾ ਆ ਉਹ ਜੇਲ੍ਹ ਦੇ ਵਿੱਚ ਰਹਿਣਾ ਤਾਂ ਕੋਈ ਵੀ ਜਿਹੜਾ ਉਹ ਪਸੰਦ ਨਹੀਂ ਕਰਦਾ, ਤੇ ਜਿਹੜਾ ਇੰਨਾ ਆਪਣੇ ਆਪ ਨੂੰ ਇਨਫਲੂਐਂਸ਼ੀਅਲ ਜਾਂ ਉਹ ਸਾਰਾ ਕੁਝ ਸਮਝਦਾ ਹੋਵੇ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਆ ਉਹ ਸ਼ਾਇਦ ਕਈ ਵਾਰੀ ਡੀਲ ਵੀ ਬਣਾ ਜਾਂਦਾ ਆ। ਜਿੱਦਾਂ ਆਪਾਂ ਦੇਖਿਆ ਹੀ ਆ ਵੀ ਮਾਈਕਲ ਕੋਹਨ, ਰਿਕ ਗੇਟਸ, ਇਹਨਾਂ ਸਾਰਿਆਂ ਨੇ ਜਿਹੜੇ ਕੈਂਪੇਨ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ 2016 ਦੇ ਵਿੱਚ ਕੰਮ ਕਰਦੇ ਸੀਗੇ ਜਾਂ ਉਹਨਾਂ ਦੇ ਨਜ਼ਦੀਕੀ ਸੀਗੇ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਸੀਕਿਊਟਰਸ ਦੇ ਨਾਲ ਡੀਲ ਜਿਹੜੀ ਆ ਉਹ ਬਣਾ ਲਈ ਆ। ਉੱਧਰ ਉਹਨਾਂ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਜਿਹੜੇ ਟਰੰਪ ਆਰਗੇਨਾਈਜੇਸ਼ਨ ਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਇਮਿਊਨਿਟੀ ਜਿਹੜੀ ਉਹ ਦਿੱਤੀ ਜਾ ਰਹੀ ਆ ਵੀ ਉਹ ਕੋਈ ਪੁਖਤਾ ਜਿਹੜੀ ਜਾਣਕਾਰੀ ਆ ਉਹ ਉਹਨਾਂ ਨੂੰ ਪ੍ਰੋਸੀਕਿਊਟਰਸ ਨੂੰ, ਰੋਬਰਟ ਮਿਊਲਰ ਉਹਨਾਂ ਦੇ ਪ੍ਰੋਸੀਕਿਊਟਰਸ ਨੂੰ ਉਹ ਦੇਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕੀ ਬਣਦਾ ਆ, ਪਰ ਇੱਕ ਵਾਰੀ ਫਿਰ ਜਿਹੜਾ ਹੈ ਨਵਾਂ ਟਰਾਇਲ ਪੌਲ ਮੈਨਾਫੋਰਟ ਦਾ ਉਹ ਸ਼ੁਰੂ ਹੋਣ ਜਾ ਰਿਹਾ ਆ ਜੀ। ਸੋ ਆਪਾਂ ਲੈਣੇ ਇੱਕ ਨਿੱਕੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਤੁਹਾਡੇ ਨਾਲ ਹੋਰ ਖਬਰਾਂ ਦੇ ਨਾਲ। ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾय ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448
ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ। ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਹੈ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ-ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਨੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Cuman Learning Center ਦੇ ਬਿਲਕੁਲ ਨਾਲ ਅਤੇ Arco AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916 786 7666 ਅਤੇ ਐਂਟੇਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916 338 5511। ਇੰਡੀਆ ਮਾਰਕੀਟ ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 9164784444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਜਿਹੜਾ ਆਪਾਂ 2 ਵੀਕ ਪਹਿਲਾਂ ਦੱਸਿਆ ਸੀ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਹੈਗਾ 3179 ਤੇ ਜਿਹੜੀ ਵੀ ਕਾਉਂਟੀ ਦੇ ਵਿੱਚ 5% 5% ਤੋਂ ਘਟਾਉਣ ਦੀ ਗੱਲ ਕੀਤੀ ਗਈ ਸੀ। 3% ਤੱਕ ਕੋਈ ਵੀ ਡਿਫਰੈਂਟ ਲੈਂਗੁਏਜ ਹੈਗੀ ਆ ਉਹਨੂੰ ਜਿਹੜੀ ਆ ਮਾਨਤਾ ਦਿੱਤੀ ਜਾਊਗੀ ਗਵਰਨਮੈਂਟ ਆਫਿਸਿਸ ਦੇ ਵਿੱਚ। ਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਟਾਊਨ ਆਉਂਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ 3% ਹੈਗੇ ਆ। ਫ੍ਰਿਜ਼ਨੋ, ਬੇਕਰਸਫੀਲਡ, ਬੇ ਏਰੀਏ ਦੇ ਵਿੱਚ ਯੂਨੀਅਨ ਸਿਟੀ, ਹੋਰ ਯੂਬਾ ਸਿਟੀ ਇੱਦਾਂ ਦੇ ਟਾਊਨ ਹੈਗੇ ਆ ਅਤੇ ਉੱਥੇ ਟਰਾਈ ਕਰ ਰਹੇ ਸੀ ਵੀ ਇਹ ਬਿੱਲ ਜਿਹੜਾ ਆ ਪਾਸ ਹੋ ਜਾਏ। ਸੋ ਪਹਿਲਾਂ ਅਸੈਂਬਲੀ ਦੇ ਵਿੱਚੋਂ ਪਾਸ ਹੋ ਗਿਆ
ਤੇ ਇਹ ਫਿਰ ਬਿੱਲ ਜਿਹੜਾ ਆ ਕੱਲ ਸੈਨੇਟ 'ਚੋਂ ਵੀ ਪਾਸ ਬਿਲਕੁਲ ਅਸੈਂਬਲੀ 'ਚ ਪਾਸ ਹੋਣ ਤੋਂ ਬਾਅਦ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਗਿਆ, ਜਿੱਥੇ ਕਿ ਜਿਸ ਟਾਈਮ ਦੇ ਉੱਤੇ ਕਾਫੀ ਕਾਲਾਂ ਜਿਹੜੀਆਂ ਉਹ ਸਾਰੇ ਹੀ ਆਪਣੇ ਪੰਜਾਬੀਆਂ ਨੇ ਜਿਹੜੀਆਂ ਉੱਥੇ ਕੀਤੀਆਂ ਤੇ ਉਹ ਉੱਥੋਂ ਪਾਸ ਹੋਇਆ। ਤੇ ਹੁਣ ਜਿਹੜਾ ਕੱਲ ਸੈਨੇਟ ਫਲੋਰ ਦੇ ਵਿੱਚ ਜਿਹੜਾ ਆ ਕਿ ਵਿਦਾਊਟ ਕੋਈ ਵੀ ਵੋਟ ਇਸ ਦੇ ਵਿਰੋਧ ਦੇ ਵਿੱਚ ਨਹੀਂ ਪਈ, 38 ਦੀ 38 ਵੋਟਾਂ ਇਸ ਦੇ ਹੱਕ ਦੇ ਵਿੱਚ ਪਈਆਂ। ਤੇ ਜਿਹੜੇ ਸੈਨੇਟਰ ਰੂਡੀ ਸਾਲਸ ਨੇ ਜਿਹੜੇ ਬੇਕਰਸਫੀਲਡ ਇਲਾਕੇ ਦੇ, ਉਹਨਾਂ ਦੇ ਦੁਆਰਾ ਜਿਹੜਾ ਲਿਆਂਦਾ ਗਿਆ ਇਹ ਬਿੱਲ ਆ ਉਹ ਜਿਹੜਾ ਹੁਣ ਸੈਨੇਟ ਫਲੋਰ ਤੋਂ ਪਾਸ ਹੋ ਗਿਆ। ਤੇ ਹੁਣ ਗਵਰਨਰ ਦੇ ਮੂਹਰੇ ਜਿਹੜਾ ਇਹ ਜਾਊਗਾ ਤੇ ਗਵਰਨਰ ਜਿਹੜਾ ਹੋਪਫੁਲੀ ਜਿਹੜਾ ਇਸ ਦੇ ਉੱਤੇ ਜਿਹੜਾ ਸਾਈਨ ਆ ਉਹ ਕਰ ਦਊਗਾ। ਤੇ ਫਿਰ ਜਿਹੜੀਆਂ ਬਾਈਲਿੰਗੁਅਲ ਸਰਵਿਸਿਜ਼ ਆ, ਪਰ ਇਹ ਵੀ ਜਿਹੜਾ ਯਾਦ ਰੱਖਣ ਵਾਲੀ ਗੱਲ ਆ ਸਾਰਿਆਂ ਨੂੰ ਵੀ ਇਹ ਉਹਨਾਂ ਹੀ ਕਾਉਂਟੀਜ਼ ਉਹਨਾਂ ਹੀ ਆਫਿਸਿਸ ਦੇ ਵਿੱਚ ਹੋਊਗੀਆਂ ਜਿੱਥੇ ਘੱਟੋ ਘੱਟ 3% ਲੋਕ ਜਿਹੜੇ ਆ ਉਹ ਪੰਜਾਬੀ ਬੋਲਣ ਵਾਲੇ ਹੋਣਗੇ ਜਾਂ ਹੋਰ ਭਾਸ਼ਾਵਾਂ ਜਿਹੜੀਆਂ ਆ। ਇਹਦੇ ਨਾਲ ਇਹ ਨਹੀਂ ਵੀ ਇਕੱਲਾ ਪੰਜਾਬੀ ਨਹੀਂ, ਬਾਕੀ ਹੋਰ ਵੀ ਭਾਸ਼ਾਵਾਂ ਵਾਲੇ ਜਿਹੜੇ ਜਿੱਥੇ 3% ਤੋਂ ਵੱਧ ਲੋਕ ਹੋਣਗੇ ਉਹਨਾਂ ਨੂੰ ਉਹ ਸਰਵਿਸਿਜ਼ ਜਿਹੜੀਆਂ ਆ ਸਰਕਾਰ ਨੂੰ ਉਹ ਸਰਵਿਸਿਜ਼ ਪ੍ਰਦਾਨ ਕਰਨੀਆਂ ਪੈਣਗੀਆਂ। ਸੋ ਇਹਦੇ ਲਈ ਆਉਣ ਵਾਲੇ ਸਮੇਂ 'ਚ ਜਦੋਂ ਸੈਂਸਸ ਵੀ ਹੋਣੀ ਹੈਗੀ ਆ, ਉਹਦਾ ਆਪਾਂ ਸਾਰਿਆਂ ਨੇ 100% ਜਿਹੜੇ ਪੰਜਾਬੀ ਬੋਲਦੇ ਉਹਨਾਂ ਨੇ ਪੰਜਾਬੀ ਲਿਖਾਣੀ ਹੈਗੀ। ਬਿਲਕੁਲ, ਚਾਹੇ ਅੰਗਰੇਜ਼ੀ ਆਉਂਦੀ ਵੀ ਆ, ਚਾਹੇ ਅੰਗਰੇਜ਼ੀ ਆਉਂਦੀ, ਚਾਹੇ ਬੱਚੇ ਜਿਹੜੇ ਇੱਥੇ ਦੇ ਬੋਰਨ ਵੀ ਹੈਗੇ ਘਰੇ ਤਾਂ ਆਪਾਂ ਪੰਜਾਬੀ ਵੀ ਬੋਲਦੇ ਆ। ਸੋ ਉਹਦੇ ਨਾਲ ਇਹ ਆ ਵੀ ਪਤਾ ਲੱਗੂਗਾ ਗਵਰਨਮੈਂਟਸ ਨੂੰ, ਗਵਰਨਮੈਂਟ ਅਥਾਰਟੀ ਨੂੰ ਵੀ ਕਿੱਥੇ ਕਿੱਥੇ ਏਰੀਆ 'ਚ ਕਿਹੜੀ ਕਿਹੜੀ ਲੈਂਗੁਏਜ ਵਾਲੇ ਕਿੰਨੇ ਕਿੰਨੇ ਬੰਦੇ ਰਹਿੰਦੇ ਆ। ਤੇ ਇਹ ਕਹਿੰਦੇ ਗਵਰਨਰ ਦੇ ਡੈਸਕ ਤੇ ਹੁਣ ਇਹ ਬਿੱਲ ਚੱਲ ਜਾਣਾ ਤੇ ਗਵਰਨਰ ਦੇ ਸਾਈਨ ਕਰਨ ਲਈ ਕਾਫੀ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਮਿਹਨਤ ਕਰਨੀ ਪਊਗੀ, ਕਿਉਂਕਿ ਹੋ ਸਕਦਾ ਗਵਰਨਰ ਇਹਨੂੰ ਟਰਨ ਡਾਊਨ ਕਰਦਾ। ਪਹਿਲਾਂ ਵੀ ਕਈ ਇਸ਼ੂਜ਼ ਦੇ ਉੱਤੇ ਉਸਨੇ ਨਾ ਕੀਤੀ ਹੈਗੀ ਆ। ਉਹਦਾ ਕਾਰਨ ਇਹ ਆ ਵੀ ਇਹਦੇ 'ਚ ਗਵਰਨਮੈਂਟ ਦਾ ਖਰਚਾ ਕਾਫੀ ਹੋਣਾ ਆ। ਇੱਕ ਤਾਂ ਇਹ ਆ ਵੀ ਜਿਹੜਾ ਮਟੀਰੀਅਲ ਆ ਉਹ ਪੰਜਾਬੀ ਲੈਂਗੁਏਜ ਵੀ ਛਾਪਣਾ ਪਊਗਾ। ਹੁਣ ਰਾਈਟ ਨਾਓ ਈਵਨ ਤੋਂ ਕਈ ਲੈਂਗੁਏਜ ਹੈਗੀਆਂ, ਵੀਤਨਮੀਜ਼ ਆ, ਚਾਈਨੀਜ਼ ਹੈਗੀਆਂ, ਸਪੈਨਿਸ਼ ਆ, ਇੰਗਲਿਸ਼ ਆ, ਤੇ ਜਦੋਂ ਫਿਰ ਪ੍ਰਿੰਟਿੰਗ ਕਰਨੀ ਪੈਣੀ ਆ ਜਿੰਨੇ ਵੀ ਕੋਈ ਲੀਫਲੈਟਸ ਕਿਸੇ ਆਫਿਸ ਦੇ ਕਿਸੇ ਤਰ੍ਹਾਂ ਦਾ ਵੀ ਮਟੀਰੀਅਲ ਆ ਤੇ ਗਵਰਨਮੈਂਟ ਦਾ ਖਰਚਾ ਆਉਂਦਾ। ਪਲੱਸ ਉਹਨਾਂ ਨੂੰ ਐਮਪਲਾਈ ਵੀ ਹਾਇਰ ਕਰਨੇ ਪਊਗੇ ਜਿਹੜੇ ਬਾਈਲਿੰਗੁਅਲ ਹੋਊਗੇ। ਉਹਦੇ ਨਾਲ ਆਪਣੀ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਊਗਾ। ਕਈ ਜਿਹੜੇ ਜਿਹਨਾਂ ਨੂੰ ਪੰਜਾਬੀ ਲੈਂਗੁਏਜ ਆਉਂਦੀ ਉਹਨਾਂ ਨੂੰ ਜੌਬਸ ਵੀ ਮਿਲੂਗੀਆਂ ਆਫਿਸਸ ਦੇ ਵਿੱਚ। ਸੋ ਉਹਦੇ ਬਾਰੇ ਕੀ ਕਰਨਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਆਪਾਂ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਜਿਹੜਾ ਗਵਰਨਰ ਜੈਰੀ ਬਰਾਊਨ ਹੈਗਾ ਕੈਲੀਫੋਰਨੀਆ ਦੇ, ਉਹਦੇ ਆਫਿਸ ਦੇ ਵਿੱਚ ਕਾਲ ਕਰਨੀ ਆ ਸਪੋਰਟ ਕਰਨ ਦੇ ਲਈ। ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸ਼ੋਅ ਕਰਾਂਗੇ। ਉਹਦੇ 'ਤੇ ਆਪਾਂ ਟੈਲੀਫੋਨ ਨੰਬਰ, ਈਮੇਲ ਜੋ ਵੀ ਹੈਗਾ ਆ। ਹੁਣ ਸਾਨੂੰ ਮਿਹਨਤ ਆ ਜਿਹੜੀ ਪਿਛਲੇ ਟਾਈਮ ਨਾਲੋਂ ਬਹੁਤ ਜ਼ਿਆਦਾ ਕਰਨੀ ਪੈਣੀ ਆ। ਸੋ ਉਹਦੇ ਲਈ ਕੋਈ ਵੀ ਆਪਣਾ ਪੰਜਾਬੀ ਭੈਣ ਭਰਾ ਪਿੱਛੇ ਨਾ ਰਹੇ, ਉਹਦੇ ਲਈ ਅਸੀਂ ਆਉਣ ਵਾਲੇ ਸਮੇਂ 'ਚ ਜ਼ਰੂਰ ਤੁਹਾਨੂੰ ਦੱਸਾਂਗੇ। ਬਿਲਕੁਲ। ਤੇ ਲੈਟਰ ਆਫ ਸਪੋਰਟ ਜਿੱਦਾਂ ਪਿਛਲੀ ਵਾਰ ਸੀਗੀ ਉੱਦਾਂ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਵੀ ਜਿਹੜੀ ਬੇਨਤੀ ਆਪਾਂ ਕਰਾਂਗੇ ਵੀ ਲੈਟਰ ਵੀ ਅਸੀਂ ਪਾ ਦੇਵਾਂਗੇ ਵੀ ਤੁਸੀਂ ਉਹ ਸਾਈਨ ਕਰਕੇ ਉਹਦੇ 'ਤੇ ਆਪਣਾ ਜਿਹੜਾ ਨਾਮ ਲਿਖ ਕੇ ਉਹ ਸਾਈਨ ਕਰਕੇ ਸਕੈਨ ਕਰਕੇ ਜਿਹੜੇ ਜਕਾਰਾ ਵਾਲਿਆਂ ਨੂੰ ਜਿਹੜਾ ਮੁੜ ਕੇ ਘੱਲਿਆ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਜਿਹੜੀਆਂ ਲੈਟਰ ਆਫ ਸਪੋਰਟਸ ਆ ਉਹ ਗਵਰਨਰ ਜੈਰੀ ਬਰਾਊਨ ਤੱਕ ਜਿਹੜੀਆਂ ਉਹ ਪਹੁੰਚਣ। ਕਿਉਂਕਿ ਜਦੋਂ ਵੱਡੀ ਤਾਦਾਦ ਦੇ ਵਿੱਚ ਪਹੁੰਚਣਗੀਆਂ ਵੱਖ-ਵੱਖ ਆਰਗੇਨਾਈਜੇਸ਼ਨ ਦੇ ਦੁਆਰਾ ਵੀ ਤਾਂ ਫਿਰ ਉਹਦੇ ਨਾਲ ਜਿਹੜਾ ਕਾਫੀ ਜਿਹੜਾ ਅਸਰ ਆ ਉਸ ਦੇ ਉੱਤੇ ਪਵੇਗਾ। ਸੋ ਸਾਰੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ, ਸਾਰੇ ਕਲਚਰਲ, ਸਪੋਰਟਸ ਵਾਲੀਆਂ, ਤੇ ਇੱਕ ਬੜੀ ਮੈਨੂੰ ਹੈਰਾਨੀ ਹੋਈ ਰਾਜਕਰਮਵੀਰ ਸਿੰਘ ਜੀ ਜਿਹੜੇ ਬਹੁਤ ਸਾਰੇ ਆਪਣੇ ਕਵੀ ਭਰਾ ਹੈਗੇ ਆ, ਰਾਈਟਰ ਹੈਗੇ ਆ, ਉਹਨਾਂ ਵੱਲੋਂ ਕਿਸੇ ਆਰਗੇਨਾਈਜੇਸ਼ਨ ਵੱਲੋਂ ਲੈਟਰ ਮੈਂ ਦੇਖਿਆ ਨਹੀਂ ਪਿਛਲੀ ਵਾਰੀ। ਸੋ ਉਹਨਾਂ ਦਾ ਤਾਂ ਸਭ ਤੋਂ ਪਹਿਲਾਂ ਹੱਕ ਬਣਦਾ ਵੀ ਜਿਹੜਾ ਤੁਸੀਂ ਪੰਜਾਬੀ ਦੇ ਲਈ ਕੰਮ ਕਰਦੇ ਤੁਹਾਡੀ ਤਾਂ ਜਿੰਨੀਆਂ ਵੀ ਕੋਈ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਦੇ ਲੈਟਰ ਹੈਡ ਤੇ ਸਭ ਤੋਂ ਪਹਿਲਾਂ ਜਿਹੜੇ ਆ ਜਿੰਨੀਆਂ ਵੀ ਸਾਹਿਤਕ ਜਿਹੜੀਆਂ ਹੈਗੀਆਂ ਨੇ ਆ, ਕਿਉਂਕਿ ਤੁਸੀਂ ਜੋ ਵੀ ਕਰਦੇ ਹੋ ਪੰਜਾਬੀ ਦੇ ਵਿੱਚ ਹੀ ਕਰਦੇ ਹੋ ਤੇ ਇਹ ਤਾਂ ਫਾਇਦੇ ਵਾਲੀ ਗੱਲ ਹੀ ਆ। ਤੇ ਕਿਤੇ ਨਾ ਕਿਤੇ ਪੰਜਾਬੀ ਜਿਹੜੀ ਇਹ ਬੋਲੀ ਆ, ਭਾਸ਼ਾ ਆ, ਉਹ ਪ੍ਰਮੋਟ ਹੁੰਦੀ ਆ ਤੇ ਉਹੀ ਆਪਾਂ ਚਾਹੁੰਦੇ। ਇਸ ਦੇ ਵਿੱਚ ਤਾਂ ਕੋਈ ਧਰਮ ਵਾਲੀ ਗੱਲ ਨਹੀਂ, ਕੋਈ ਇਸ ਦੇ ਵਿੱਚ ਉਹ ਗੱਲ ਨਹੀਂ, ਸਿਰਫ ਤੋਂ ਸਿਰਫ ਬੋਲੀ ਵਾਲੀ ਪੰਜਾਬੀ ਵਾਲੀ ਇਸ ਦੇ ਨਾਲ ਗੱਲ ਹੈਗੀ ਜੁੜੀ ਹੋਈ ਆ ਜੀ। ਤੇ ਅਗਲੀ ਖਬਰ ਵੱਲ ਚੱਲ ਜੀ ਕੰਟੀਨਿਊ ਕਰੋ। ਇਹਨੂੰ ਤੁਸੀਂ ਅਪਡੇਟ ਹੋਰ ਤਾਂ ਜੀ ਬਸ ਇਹੀ ਜਿਹੜਾ ਸੀਗਾ ਵੀ ਸੋ ਜ਼ਰੂਰ ਆਪਾਂ ਜਿਹੜੇ ਤੁਹਾਨੂੰ ਦੱਸਾਂਗੇ। ਸੋ ਜਿਹੜੇ ਬੇਕਰਸਫੀਲਡ ਵਾਲੇ ਆ ਜ਼ਰੂਰ ਰੂਡੀ ਸਾਲਸ ਹੋਣਾ ਦਾ ਜਿਹੜਾ ਵਿਸ਼ੇਸ਼ ਧੰਨਵਾਦ ਵੀ ਜਿਹੜਾ ਉਹ ਤੁਸੀਂ ਉਹਨਾਂ ਦਾ ਕਰੋ। ਬਿਲਕੁਲ, ਤੁਸੀਂ ਗੂਗਲ ਤੋਂ ਉਹਨਾਂ ਦਾ ਆਫਿਸ ਲੱਭ ਸਕਦੇ ਆ, ਉੱਥੇ ਜਾ ਕੇ ਆਓ, ਮਿਲ ਕੇ ਆਓ ਉਹਨਾਂ ਦੇ ਆਫਿਸ ਸਟਾਫ ਨੂੰ, ਉਹਦਾ ਥੈਂਕ ਯੂ ਵੀ ਕਰਕੇ ਆਓ ਵੀ ਜਿਹੜਾ ਇਹ ਬਿੱਲ ਲੈ ਕੇ ਆਇਆ ਹੈਗਾ ਰੂਡੀ ਸਾਲਸ, ਅਸੈਂਬਲੀਮੈਨ ਬੇਕਰਸਫੀਲਡ ਤੋਂ ਜੀ। ਅਗਲੀ ਖਬਰ ਉਸ ਦੇ ਉੱਤੇ ਹਰਜੋਤ ਸਿੰਘ ਜੀ ਆਪਾਂ ਨਜ਼ਰ ਮਾਰਦੇ ਹਾਂ। ਆਪਾਂ ਨੂੰ ਯਾਦ ਆ ਵੀ ਜੂਨ ਦੇ ਵਿੱਚ ਸਿੰਗਾਪੁਰ ਦੇ ਵਿੱਚ ਅਮਰੀਕਾ ਤੇ ਨਾਰਥ ਕੋਰੀਆ
ਦਾ ਜਿਹੜਾ ਡਿਕਟੇਟਰ ਆ ਕਿਮ ਯੋਂਗ ਉਨ, ਉਹਨਾਂ ਦੀ ਜਿਹੜੀ ਮੁਲਾਕਾਤ ਹੋਈ ਸੀ ਰਾਸ਼ਟਰਪਤੀ ਟਰੰਪ ਦੇ ਨਾਲ, ਅਤੇ ਉਦੋਂ ਉਹ ਬੰਦਾ ਜਿਹੜਾ ਉਹ ਮੰਨ ਗਿਆ ਸੀਗਾ ਵੀ ਆਖੇ ਵੀ ਮੈਂ ਡੀਨਿਊਕਲਾਈਜੇਸ਼ਨ ਜਿਹੜੀ ਆ ਉਹ ਕਰ ਲੈਣੀ ਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਤਕਰੀਬਨ 10-12 ਵਾਰੀ ਉਸ ਤੋਂ ਪਹਿਲਾਂ ਵੀ ਉਹਦਾ ਪਿਓ ਜਾਂ ਉਹਦਾ ਦਾਦਾ ਆ ਉਹ ਜਿਹੜਾ ਡੀਨਿਊਕਲਾਈਜ਼ ਕਰਨ ਦੇ ਲਈ ਜਿਹੜਾ ਉਹ ਮੰਨਿਆ ਸੀ, ਪਰ ਉਹਨਾਂ ਨੇ ਉਸ ਉੱਤੇ ਕੋਈ ਕੰਮ ਨਹੀਂ ਕੀਤਾ। ਅਤੇ ਉਸੇ ਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਕੰਮ ਲੱਗ ਰਿਹਾ ਆ। ਅਤੇ ਇਸ ਵਾਰੀ ਵੀ ਜਿਹੜਾ ਡੀਨਿਊਕਲਾਈਜੇਸ਼ਨ ਵਾਲੀ ਜਿਹੜੀ ਆ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਗਰੈਸ ਜਿਹੜੀ ਆ ਉੱਥੇ ਨਹੀਂ ਦਿਖ ਰਹੀ। ਇਸੇ ਦੇ ਚੱਲਦਿਆਂ ਬੀਤੇ ਦਿਨੀ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਨੇ ਮਾਈਕ ਪੋਂਪੀਓ, ਉਹਨਾਂ ਨੇ ਜਿਹੜਾ ਨਾਰਥ ਕੋਰੀਆ ਨੂੰ ਜਾਣਾ ਸੀਗਾ, ਪਰ ਰਾਸ਼ਟਰਪਤੀ ਟਰੰਪ ਨੇ ਜਿਹੜੀ ਆ ਉਹ ਵਿਜ਼ਿਟ ਨਾਰਥ ਕੋਰੀਆ ਨੂੰ ਮਾਈਕ ਪੋਂਪੀਓ ਦੀ ਜਿਹੜੀ ਆ ਉਹ ਕੈਂਸਲ ਜਿਹੜੀ ਆ ਉਹ ਕਰਾ ਦਿੱਤੀ, ਜਦੋਂ ਕਹਿੰਦੇ ਇੱਕ ਨਾਰਥ ਕੋਰੀਅਨ ਅਫੀਸ਼ੀਅਲ ਦੇ ਦੁਆਰਾ ਕਹਿੰਦੇ ਕੋਈ ਚਿੱਠੀ ਜਿਹੜੀ ਆ ਉਹ ਪ੍ਰਾਪਤ ਹੋਈ, ਅਤੇ ਜਿਸ ਦੇ ਵਿੱਚ ਕਹਿੰਦੇ ਕੋਈ ਚੰਗੀਆਂ ਗੱਲਾਂ ਜਿਹੜੀਆਂ ਨਹੀਂ ਸੀ ਲਿਖੀਆਂ। ਚਿੱਠੀ ਦੇ ਕੀ ਕੰਟੈਂਟ ਸੀ ਇਹ ਤਾਂ ਉੱਦਾਂ ਦਾ ਖੁਲਾਸਾ ਨਹੀਂ ਹੋਇਆ, ਪਰ ਕਹਿੰਦੇ ਵੀ ਉਹ ਚਿੱਠੀ ਆਉਣ ਤੋਂ ਬਾਅਦ ਦੇ ਵਿੱਚ ਹੀ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੀ ਫੇਰੀ ਸੀਗੀ ਮਾਈਕ ਪੋਂਪੀਓ ਦੀ ਨਾਰਥ ਕੋਰੀਆ ਨੂੰ ਉਹ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹੀ ਹਵਾਲਾ ਦਿੱਤਾ ਸੀਗਾ ਵੀ ਡੀਨਿਊਕਲਾਈਜੇਸ਼ਨ ਦੇ ਉੱਤੇ ਕੋਈ ਵੀ ਪ੍ਰੋਗਰੈਸ ਜਿਹੜੀ ਆ ਜਿਹੜਾ ਵਾਧਾ ਆ ਉਹ ਨਹੀਂ ਦੇਖਿਆ ਜਾ ਰਿਹਾ, ਵੀ ਕਿਸੇ ਤਰੀਕੇ ਨਾਲ ਉੱਤਰੀ ਕੋਰੀਆ ਕੋਈ ਕੰਮ ਕਰ ਰਿਹਾ ਵੀ ਜਿਹੜਾ ਪਰਮਾਣੂ ਬੰਬਾਂ ਤੋਂ ਮੁਕਤ ਜਿਹੜਾ ਆ ਜਾਂ ਰਹਿਤ ਹੋਣ ਦੀ ਜਿਹੜੀ ਕਾਰਵਾਈ ਉਸਨੇ ਕੋਈ ਵੀ ਵਿੱਢੀ ਨਹੀਂ ਆ। ਸੋ ਇਸੇ ਦੇ ਚੱਲਦਿਆਂ ਉਹਨਾਂ ਨੇ ਉਹ ਕੈਂਸਲ ਕਰ ਦਿੱਤੀ ਆ। ਅਤੇ ਜਿਸ ਟਾਈਮ ਦੇ ਉੱਤੇ ਜਿਹੜੇ ਕਾਫੀ ਕੰਜ਼ਰਵੇਟਿਵ ਮੀਡੀਆ ਬੜੀ ਲਾਲਾ ਅਤੇ ਬੜੀ ਬੱਲੇ ਬੱਲੇ ਕਰ ਰਹੇ ਸੀਗੇ ਵੀ ਰਾਸ਼ਟਰਪਤੀ ਟਰੰਪ ਨੇ ਨਾਰਥ ਕੋਰੀਆ ਤੋਂ ਜਿਹੜਾ ਡੀਨਿਊਕਲਾਈਜੇਸ਼ਨ ਕਰਾ ਦੇਣਾ, ਉਦੋਂ ਸਾਰਿਆਂ ਨੇ ਯਾਦ ਦਵਾਇਆ ਸੀ ਵੀ ਇਹ ਕੰਮ ਪਹਿਲਾਂ ਵੀ ਇਹਨੇ ਨਾਰਥ ਕੋਰੀਆ ਵਾਲੇ ਬਹੁਤ ਵਾਰੀ ਕਰ ਚੁੱਕੇ ਆ, ਬੜੀ ਇਹਦੀ ਧੋਖਾ ਇਹਨਾਂ ਨੇ ਪਿੱਠ 'ਚ ਛੁਰੀਆਂ ਜਿਹੜੀਆਂ ਖੋਬੀਆਂ ਆ, ਅਤੇ ਲੱਗ ਇੱਦਾਂ ਹੀ ਰਿਹਾ ਆ ਵੀ ਇਸ ਵਾਰੀ ਵੀ ਸ਼ਾਇਦ ਇੱਦਾਂ ਦਾ ਹੀ ਜਿਹੜਾ ਕੰਮ ਆ ਉਹ ਨਾ ਕਰ ਦੇਣ। ਜੇ ਹੋ ਜਾਵੇ ਡੀਨਿਊਕਲਾਈਜੇਸ਼ਨ ਤਾਂ ਉਹਦੇ ਨਾਲ ਦੀ ਰੀਸ ਨਹੀਂ, ਪਰ ਜਿਨ੍ਹਾਂ ਨੇ ਇੰਨੇ ਔਖੇ ਹੋ ਕੇ ਆਪਣੇ ਆਪ ਨੂੰ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਕੀਤਾ ਆ, ਲੱਗਦਾ ਨਹੀਂ ਆ ਵੀ ਏਡੀ ਸੌਖਿਆਂ ਜਿਹੜਾ ਆ ਉਹ ਉਸ ਨੂੰ ਉਹ ਜਾਣ ਦੇਣਗੇ। ਅਤੇ ਇਹ ਹੁਣ ਜਦੋਂ ਉਹਨਾਂ ਨੇ ਕੈਂਸਲ ਕੀਤਾ ਆ ਉਹਦੇ ਨਾਲ ਫਿਰ ਜਿਹੜੀ ਆ ਇਸ ਦੇ ਬਾਬਤ ਜਿਹੜੀਆਂ ਗੱਲਾਂ ਬਾਤਾਂ ਆ ਉਹ ਦੁਬਾਰਾ ਸ਼ੁਰੂ ਹੋ ਚੁੱਕੀਆਂ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਮਾਈਕਲ ਕੋਹਨ ਆ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਲਾਇਰ ਸੀ, ਸੋ ਮਾਈਕਲ ਕੋਹਨ ਦਾ ਲਾਇਰ ਜਿਹੜਾ ਲੈਰੀ ਡੇਵਿਸ ਆ ਉਸਨੇ ਹੁਣ ਐਡਮਿਟ ਕੀਤਾ ਹੈ ਵੀ ਜਿਹੜੀ CNN ਨੂੰ ਸਟੋਰੀ ਰਨ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ 2016 ਜੂਨ ਦੇ ਵਿੱਚ ਜਿਹੜੇ ਰਸ਼ੀਅਨ ਆਪਰੇਟਿਵ ਸੀ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਬਾਰੇ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਕੈਂਡੀਡੇਟ ਸੀ ਉਹਨਾਂ ਨੂੰ ਪਤਾ ਸੀ, ਪਰ ਜਦੋਂ ਉਹ CNN ਤੇ ਗਏ ਤੇ ਉਸਨੇ ਇਹ ਦੱਸਿਆ ਸੀ ਵੀ ਮੇਰੇ ਜਿਹੜੇ ਆ ਕਲਾਇੰਟ ਵੱਲੋਂ ਜਿਹੜਾ ਦੱਸਿਆ ਗਿਆ ਹੈਗਾ। ਸੋ ਬਾਅਦ ਦੇ ਵਿੱਚ ਤੇ ਉਸਨੇ CNN ਨੂੰ ਇਹ ਦੱਸਿਆ ਸੀ ਵੀ ਮੈਂ ਉਹਦੇ ਵਿੱਚ ਕਿਸੇ ਤਰ੍ਹਾਂ ਇਨਵੋਲਵ ਨਹੀਂ ਸੀ, ਪਰ ਹੁਣ ਪਤਾ ਲੱਗ ਰਿਹਾ ਆ ਵੀ ਜਿਹੜਾ ਮਾਈਕਲ ਕੋਹਨ ਆ ਉਹਦਾ ਜਿਹੜਾ ਲਾਇਰ ਆ ਲੈਨੀ ਡੇਵਿਸ ਇਹ ਹੀ ਜਿਹੜਾ CNN ਨੂੰ ਇਨਫੋਰਮੇਸ਼ਨ ਦੇਣ ਦੇ ਵਿੱਚ ਇਨਵੋਲਵ ਸੀ, ਜਦੋਂ ਕਿ ਇਸ ਨੂੰ ਜਿਹੜੀ ਇਹ ਇਨਫੋਰਮੇਸ਼ਨ ਆ ਪੂਰੀ ਤਰ੍ਹਾਂ ਪਤਾ ਨਹੀਂ ਸੀ ਆਪਣੇ ਕਲਾਇੰਟ ਤੋਂ। ਜੀ ਬਿਲਕੁਲ, ਉਹਨੇ ਕਿਹਾ ਵੀ ਜਿਹੜਾ ਅਨੋਨਿਮਸ ਸੋਰਸ ਜਿਹੜਾ ਸੀਗਾ ਉਹ ਉਹੀ ਹੋਈ ਸੀਗਾ। ਸੋ ਹੁਣ ਰੌਲਾ ਜਿਹੜੇ ਆ ਉਹ ਰਾਈਟ ਵਾਲੇ ਪਾ ਰਹੇ ਵੀ ਇਹਨੇ ਦੱਸਿਆ ਕਿਉਂ। ਸੋ ਇਹ ਨਹੀਂ ਕਹਿ ਰਹੇ ਵੀ ਜਿਹੜੀ ਚੀਜ਼ ਹੋਈ ਆ ਵੀ ਉਹ ਗਲਤ ਆ, ਵੀ ਇੱਦਾਂ ਨਹੀਂ ਸੀ ਜਿਹੜਾ ਆ ਉਹ ਹੋਣਾ ਚਾਹੀਦਾ, ਵੀ ਇੱਦਾਂ ਜਿਹੜੀਆਂ ਰਸ਼ੀਅਨ ਜਿਹੜੇ ਲੋਕਾਂ ਦੇ ਨਾਲ ਜਿੱਦਾਂ ਇੱਦਾਂ ਦੀਆਂ ਮੀਟਿੰਗਸ ਹੈਲਰੀ ਕਲਿੰਟਨ ਦੇ ਉੱਤੇ ਡਰਟ ਹਾਸਲ ਕਰਨ ਦੇ ਲਈ ਉਹ ਨਹੀਂ ਸੀ ਹੋਣੀ ਚਾਹੀਦੀਆਂ। ਉਹਨਾਂ ਨੂੰ ਇਹ ਇਸ ਟਾਈਮ ਰੌਲਾ ਆ ਵੀ ਉਸਨੇ ਜਿਹੜਾ ਅਨੋਨਿਮਸ ਟਿਪ ਜਿਹੜੀ ਆ ਉਹ ਕਿਉਂ ਦਿੱਤੀ ਆ। ਸੋ ਕਿਤੇ ਨਾ ਕਿਤੇ ਫਿਰ ਜਿਹੜੀ ਹਿਪੋਕ੍ਰੇਸੀ ਮਾੜੀ ਮੋਟੀ ਜਿਹੜੀ ਇਹਨਾਂ ਦੀ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੀ ਉਹ ਬਾਹਰ ਆ ਹੀ ਜਾਂਦੀ ਆ। ਜਿੱਦਾਂ ਅੱਜ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ ਆ ਉਹ ਜਿਹੜੇ ਹੁਣ ਗੂਗਲ ਦੇ ਦੁਆਲੇ ਹੋਏ ਆ ਵੀ ਕਿਉਂਕਿ ਉਹਨਾਂ ਦੇ ਖਿਲਾਫ ਜਿਹੜੀਆਂ ਖਬਰਾਂ ਜਿਹੜੀਆਂ ਉਹ ਜ਼ਿਆਦਾ ਉਹਨਾਂ ਨੂੰ ਅਗੇਂਸਟ ਜਿਹੜੀਆਂ ਵਾਲੀਆਂ ਦਿਖਦੀਆਂ ਆ ਜੀ। ਤੇ ਅਗਲੇ ਖਬਰ ਵੱਲ ਚੱਲੀਏ। ਜਿਹੜੇ ਸੈਨੇਟਰ ਲਿੰਡਸੀ ਗ੍ਰੈਮ ਆ ਉਹਨਾਂ ਨੇ ਅੱਜ ਕਿਹਾ ਹੈਗਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜਿਹੜੇ ਜੈਫ ਸੈਸ਼ਨਸ ਹੈਗੇ ਆ ਸਾਡੇ ਅਟਾਰਨੀ ਜਨਰਲ, ਇਹਨਾਂ ਦਾ ਜਿਹੜਾ ਰਿਲੇਸ਼ਨ ਆ ਆਪਸ ਦੇ ਵਿੱਚ ਗੁੱਡ ਨਹੀਂ ਹੈਗਾ, ਇਹ ਬਿਯੋਂਡ ਰਿਪੇਅਰ ਹੈਗਾ। ਤੇ ਪ੍ਰੈਜ਼ੀਡੈਂਟ ਨੇ ਜਿਹੜਾ ਕੌਨਫੀਡੈਂਸ ਆ ਉਹ ਜੈਫ ਸੈਸ਼ਨ ਦੇ ਵਿੱਚ ਇੱਕ ਤਰ੍ਹਾਂ ਨਾਲ ਲੂਜ਼ ਕਰ ਲਿਆ ਹੈਗਾ। ਤੇ ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਸਾਰੇ ਲੋਕਾਂ ਨੂੰ ਹੀ ਇਸ ਮੁਲਕ ਦੇ ਵਿੱਚ ਪਤਾ ਲੱਗਦਾ ਹੈਗਾ ਇਸ ਡਿਸਫੰਕਸ਼ਨਲ
ਜਿਹੜਾ ਰਿਲੇਸ਼ਨਸ਼ਿਪ ਆ ਜਿਹੜਾ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਜਿਹੜੇ ਹੈਗੇ ਆ ਲਿੰਡਸੇ ਗ੍ਰਾਮ, ਇਹ ਉਹਨਾਂ ਨੇ ਅੱਜ NBC ਨਿਊਜ਼ ਦੇ ਜਿਹੜਾ ਟੂਡੇ ਸ਼ੋਅ ਆ ਉਹਦੇ ਉੱਤੇ ਕਿਹਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜੈਫ ਸੈਸ਼ਨਜ਼ ਨੂੰ ਜਿਹੜਾ ਆ ਰਿਪਲੇਸ ਕਰ ਦੇਣਾ ਚਾਹੀਦਾ ਹੈਗਾ ਆ। ਪਰ ਹੁਣ ਇਹ ਡਿਪੈਂਡ ਕਰਦਾ ਵੀ ਇਹਦਾ ਕਿੰਨਾ ਕੁ ਨੁਕਸਾਨ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੂੰ ਹੋਊਗਾ ਜੀ ਉਹ ਰਿਪਲੇਸ ਕਰਦੇ ਆ ਉਹਨਾਂ ਨੂੰ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜੀ ਆ ਉਹ ਨਜ਼ਰ ਮਾਰਦੇ ਆ। ਰੂਸ ਤੇ ਚਾਈਨਾ ਵਾਲੇ ਆ ਉਹ ਇਸ ਟਾਈਮ ਮਿਲ ਕੇ ਬਹੁਤ ਜਿਹੜੀਆਂ ਵੱਡੀਆਂ ਜੰਗੀ ਅਭਿਆਸ ਜਿਹੜਾ ਆ ਉਹ ਕਰਨ ਜਾ ਰਹੇ ਆ। ਕਹਿੰਦੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਇਹ ਸਭ ਤੋਂ ਵੱਡੀਆਂ ਜਿਹੜੀਆਂ ਵਾਰ ਗੇਮਸ ਆ ਰਸ਼ੀਆ ਵਾਲੇ ਉਹ ਹੋਲਡ ਕਰਨ ਜਾ ਰਹੇ ਆ। ਤੇ ਕਹਿੰਦੇ ਵੀ ਅਗਲੇ ਮਹੀਨੇ ਇਹ ਜਿਹੜੀਆਂ ਵਾਰ ਗੇਮਸ ਜਿਹੜੀਆਂ ਹੋਣਗੀਆਂ 1980 ਤੋਂ ਬਾਅਦ ਦੇ ਵਿੱਚ ਵੋਸਟਕ 2018 ਐਕਸਰਸਾਈਜ਼ਸ ਜਿਹੜੀਆਂ 11 ਸਤੰਬਰ ਤੋਂ 15 ਸਤੰਬਰ ਤੱਕ ਜਿਹੜਾ ਹੋਣਗੀਆਂ, ਜਿਸ ਦੇ ਵਿੱਚ ਚਾਈਨਾ ਤੇ ਜਿਹੜਾ ਆ ਮੰਗੋਲੀਆ ਵੀ ਜਿਹੜਾ ਹਿੱਸਾ ਆ ਉਹ ਲੈ ਰਿਹਾ ਆ। ਇਸ ਅਭਿਆਸ ਦੇ ਵਿੱਚ ਕਹਿੰਦੇ 3 ਲੱਖ ਫੌਜੀ, 1000 ਤੋਂ ਵੱਧ ਜਿਹੜੇ ਏਅਰਕ੍ਰਾਫਟ ਆ ਉਹ ਸ਼ਾਮਲ ਜਿਹੜੇ ਆ ਉਹ ਹੋਣਗੇ। 1980-81 ਦੇ ਵਿੱਚ ਕਹਿੰਦੇ ਜ਼ਪਾਰਡ ਨਾਂ ਦਾ ਜਿਹੜੀਆਂ ਇਹਨਾਂ ਨੇ ਉਸ ਟਾਈਮ ਦੇ ਉੱਤੇ ਜੰਗੀ ਅਭਿਆਸ ਇੱਦਾਂ ਦਾ ਵਾਰ ਗੇਮਸ ਜਿਹੜੀਆਂ ਆ ਉਹ ਈਸਟਰਨ ਯੂਰਪ ਦੇ ਵਿੱਚ ਜਿਹੜੀਆਂ ਕੀਤੀਆਂ ਸੀਗੀਆਂ। ਸੋ ਇਹ ਬਹੁਤ ਇੱਕ ਵੱਡੀ ਗੱਲ ਆ ਵੀ ਇਹ ਜਿਹੜੇ ਦੋਨੋਂ ਮੁਲਕ ਮਿਲ ਕੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਵਾਰ ਗੇਮਸ ਆ ਉਹ ਕਰਨ ਜਾ ਰਹੇ ਆ। ਇੱਕ ਤਾਂ ਆਪਾਂ ਨੂੰ ਪਤਾ ਹੈ ਵੀ ਰੂਸ ਵਾਲਿਆਂ ਨੇ ਕਿੱਦਾਂ ਯੂਕਰੇਨ ਵਾਲਿਆਂ ਦਾ ਹਾਲ ਜਿਹੜਾ ਬਹੁਤ ਮਾੜਾ ਕੀਤਾ ਆ। ਕ੍ਰਾਈਮੀਆ ਵਾਲਾ ਇਲਾਕਾ ਅਜੇ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ। ਉਤੋਂ ਜਿਹੜੇ ਸਾਡੇ ਰਾਸ਼ਟਰਪਤੀ ਟਰੰਪ ਮਿਲ ਕੇ ਆਏ ਸੀ ਉਦੋਂ ਉਸ ਦੇ ਉੱਤੇ ਉਹਨਾਂ ਨੇ ਬੋਲਿਆ ਵੀ ਜਿਹੜਾ ਕੁਛ ਨਹੀਂ ਸੀਗਾ, ਮਿਲ ਕੇ ਜਿਹੜੇ ਵਲਾਦੀਮੀਰ ਪੁਤਿਨ ਨੂੰ ਜ਼ਰੂਰ ਆ ਗਏ ਸੀਗੇ, ਕਿਉਂਕਿ ਰੌਲਾ ਬਹੁਤ ਫੰਡਾਮੈਂਟਲ ਇਸ਼ੂ ਹੈਗਾ ਆ ਵੀ ਕਿਤੇ ਨਾ ਕਿਤੇ, ਕਿਉਂਕਿ ਨਾਟੋ ਦਾ ਵੀ ਉਹ ਹਿੱਸਾ ਆ ਤੇ ਉਹਨਾਂ ਦੇ ਇਲਾਕੇ ਨੂੰ ਇੱਦਾਂ ਉਹ ਰੂਸ ਵਾਲੇ ਕਬਜ਼ਾ ਕਰਕੇ ਹਟੇ ਆ। ਤੇ ਜਦੋਂ ਵੱਡੇ ਲੀਡਰ ਮਿਲੇ ਆ ਤਾਂ ਉਹਦੀ ਜਿਹੜੀ ਉਹ ਚਰਚਾ ਵੀ ਨਹੀਂ ਹੋਈ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕੀ ਆ। ਤੇ ਕਿਉਂਕਿ ਹੁਣ ਰੂਸ ਤੇ ਚਾਈਨਾ ਵਾਲਿਆਂ ਨੇ ਜਿਹੜਾ ਮਿਲ ਕੇ ਇਹ ਕੰਮ ਕਰਨਾ ਆ, ਇੰਨੇ ਵੱਡੇ ਪੈਮਾਨੇ ਦੇ ਉੱਤੇ ਫੌਜੀ ਅਭਿਆਸ ਜਿਹੜਾ ਇਹਨਾਂ ਨੇ ਕਰਨਾ ਆ, ਇਹ ਆਈ ਥਿੰਕ ਸ਼ਕਤੀ ਪ੍ਰਦਰਸ਼ਨ ਹੀ ਜਿਹੜਾ ਇਸ ਨੂੰ ਦੇਖਿਆ ਜਾ ਸਕਦਾ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਇੱਕ ਸੈਨੋਜ਼ੇ ਤੋਂ ਖਬਰ ਆ ਰਹੀ ਆ ਵੀ ਸੈਨੋਜ਼ੇ ਦੀ ਇੱਕ ਫੈਮਿਲੀ ਜਿਹੜੀ ਆ ਉਹ ਵੀਅਤਨਾਮ ਨੂੰ ਵਿਜ਼ਿਟ ਕਰਨ ਗਈ ਤੇ ਜਦੋਂ ਵੀਅਤਨਾਮ ਤੋਂ ਵਾਪਸ ਆ ਰਹੇ ਸੀ ਤੇ ਉਹਨਾਂ ਦੇ ਬੱਚੇ ਨੇ ਜਿਹੜਾ ਆਈਫੋਨ ਆ ਉਹਦਾ ਜਿਹੜਾ ਇੰਟਰਨੈਟ ਯੂਜ਼ ਕੀਤਾ ਅੱਧਾ ਘੰਟਾ, ਤੇ ਅੱਧੇ ਘੰਟੇ ਦਾ ਬਿੱਲ ਜਿਹੜਾ ਆ ਉਹ $13,470 ਆਇਆ। ਤੇ ਵਿਵੀਅਨ ਚੈਂਗ ਜਿਹੜੀ ਆ ਉਹ ਕਹਿੰਦੀ ਆ ਸੈਨੋਜ਼ੇ ਤੋਂ ਵੀ ਇੰਨਾ ਬਿੱਲ ਤਾਂ ਸਾਡਾ ਪੂਰੀ ਫੈਮਿਲੀ ਟ੍ਰਿਪ ਦਾ ਨਹੀਂ ਆਇਆ ਹੈਗਾ ਜਿੰਨਾ ਅੱਧੇ ਘੰਟੇ ਦਾ ਆਉਣ ਜਾਣ ਦੀਆਂ ਟਿਕਟਾਂ ਤੇ ਉੱਥੇ ਜਿਹੜਾ ਉਹਨਾਂ ਨੇ ਆਪਣੀ ਮਦਰ ਦਾ 84ਵਾਂ ਜਨਮ ਦਿਨ ਮਨਾਉਣਾ ਸੀ। ਤੇ ਸੋ ਬਿਲਕੁਲ ਇਹ ਸਰੋਤਿਆਂ ਦੇ ਲਈ ਵੀ ਬੜੀ ਹੈਰਾਨੀ ਵਾਲੀ ਗੱਲ ਆ। ਤੇ ਜਦੋਂ ਵੀ ਤੁਸੀਂ ਆਊਟ ਆਫ ਕੰਟਰੀ ਜਾਂਦੇ ਹੈਗੇ ਆ ਤੇ ਤੁਸੀਂ ਫੋਨ ਯੂਜ਼ ਕਰਦੇ ਆ ਇੰਟਰਨੈਟ ਜਾਂ ਉਹ ਤੁਸੀਂ ਮੇਕ ਸ਼ੋਰ ਕਰੋ ਪਹਿਲਾਂ ਤੁਹਾਡੀ ਜਿਹੜੀ ਸਰਵਿਸ ਪ੍ਰੋਵਾਈਡਰ ਆ ਵੀ ਕਿਤੇ ਐਕਸਟਰਾ ਪੈਸੇ ਤਾਂ ਨਹੀਂ ਲੈ ਰਹੇ ਉਦੋਂ। ਬਿਲਕੁਲ। ਸੋ ਇੰਟਰਨੈਸ਼ਨਲ ਰੋਮਿੰਗ ਚਾਰਜਿਸ ਫਿਰ ਬਹੁਤ ਜ਼ਿਆਦਾ ਜਿਹੜੇ ਆ ਉਹ ਬਣ ਜਾਂਦੇ ਆ। ਤੇ ਇਹ ਬਿਲਕੁਲ ਸਹੀ ਗੱਲ ਆ। ਇਹ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਚੀਜ਼ ਹੁੰਦੀ, ਕਿਉਂਕਿ ਬਾਅਦ ਦੇ ਵਿੱਚ ਜੇ ਉਹਨਾਂ ਨੇ ਛੱਡਣਾ ਵੀ ਹੋਇਆ, ਜੇ ਉਹ ਕਹਿਣਗੇ ਵੀ ਚਲੋ ਕੋਈ ਗੱਲ ਨਹੀਂ ਬੱਚੇ ਕੋਲ ਗਲਤੀ ਹੋ ਗਈ, ਇਹ ਹੋ ਗਿਆ ਉਹ ਹੋ ਗਿਆ, ਕਿਉਂਕਿ ਇੰਨੀਆਂ ਵੱਡੀਆਂ ਕੰਪਨੀਆਂ ਨੂੰ ਇੰਨੇ ਡਾਲਰਾਂ ਦਾ ਬਹੁਤਾ ਜਿਹੜਾ ਫਰਕ ਆ ਉਹ ਪੈਂਦਾ ਨਹੀਂ ਹੁੰਦਾ। ਪਰ ਇਹ ਵੀ ਬਾਅਦ ਮਗਜਮਾਰੀ, ਖੱਜਲ, ਟੈਨਸ਼ਨ ਬੰਦੇ ਦੇ ਉੱਤੇ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਆ ਵੀ ਹੈ $13,000 ਦਾ ਸਿੱਧਾ ਹੀ ਜਿਹੜਾ ਇੱਕ ਹਿਸਾਬ ਨਾਲ ਕਰਜ਼ਾ ਹੀ ਜਿਹੜਾ ਚੜ੍ਹਨ ਵਾਲੀ ਗੱਲ ਹੁੰਦੀ ਹੈ। ਸੋ ਜ਼ਰੂਰ ਬੱਚਿਆਂ ਨੂੰ ਜਿਹੜਾ ਸਮਝਾ ਕੇ ਘੱਲੋ, ਤੇ ਜੇ ਉਹਨਾਂ ਨੂੰ ਫੋਨ ਉੱਥੇ ਫੜਾਉਣਾ ਆ ਤੇ ਭਾਈ ਆਪਣੇ ਸਿਮ ਕਾਰਡ ਜਿਹੜੇ ਉਹ ਕੱਢ ਲਿਆ ਕਰੋ, ਜੇ ਵਾਈਫਾਈ ਆਊ ਤਾਂ ਚਲਾ ਲੈਣਗੇ, ਨਹੀਂ ਤਾਂ ਫਿਰ ਨਹੀਂ ਆ। ਸੋ ਉਹ ਕਹਿੰਦੇ ਵੀ ਬੱਚਾ ਜਿਹੜਾ ਉਹ ਮੂਵੀ ਵਾਚ ਕਰ ਰਿਹਾ ਸੀ, ਪਰ ਟੀਮ ਜਿਹੜੇ ਨਿਕੋਲਸ ਉਹਨਾਂ ਦਾ ਬੱਚਾ ਉਹ ਕਹਿੰਦਾ ਵੀ ਮੈਂ ਪਹਿਲਾਂ ਹੀ ਡਾਊਨਲੋਡ ਕੀਤੀ ਸੀ। ਸੋ ਜਦੋਂ TV ਵਿੱਚ ਵੀ ਇਹ ਨਿਊਜ਼ ਆਈ ਤੇ ਸਾਰੇ ਇਨਵੋਲਵ ਹੋਏ ਤੇ ਸੋ T-Mobile ਕਹਿੰਦੇ ਆ ਵੀ ਹੁਣ ਜਿਹੜਾ ਅਸੀਂ ਬਿੱਲ ਘਟਾ ਕੇ $3,800 ਕਰ ਦਾਂਗੇ, ਪਰ $3,800 ਵੀ ਬਹੁਤ ਜ਼ਿਆਦਾ ਹੁੰਦਾ ਹੈ। ਦੈਟਸ ਟਰੂ। ਸੋ ਅਜੇ ਹੋਰ ਉਹਨਾਂ ਨੂੰ ਮਗਜਮਾਰੀ ਜਿਹੜੀ ਉਹ ਕਰਨੀ ਪਊਗੀ, ਫਿਰ ਕਿਤੇ ਜਾ ਕੇ ਮੈਨੂੰ ਲੱਗਦਾ ਪੂਰਾ ਹਟੂਗਾ। ਅਗਲੀ ਖਬਰ ਹਰਜੋਤ ਸਿੰਘ ਜੀ ਜਰਮਨੀ ਤੋਂ ਆ ਰਹੀ ਆ ਵੀ ਉੱਥੇ ਜਿਹੜੇ ਰਾਈਟ ਵਿੰਗ ਵਾਲੇ ਆ, ਜਿਹੜੇ ਹਿਟਲਰ ਦੇ ਸਮਰਥਕ ਆ,
ਉਹ ਇਸ ਟਾਈਮ ਜਿਹੜਾ ਬਹੁਤ ਜ਼ਿਆਦਾ ਮਸਲਾ ਬਣਿਆ ਪਿਆ ਆ। ਉੱਥੇ ਹਿਟਲਰ ਸਲੂਟ ਜਿਹੜੇ ਉਹ ਚੱਲ ਰਹੇ ਨੇ, ਫਾਇਰ ਵਰਕਸ ਜਿਹੜੇ ਆ ਉਹ ਐਜ਼ ਏ ਵੈਪਨ ਜਿਹੜੇ ਚਲਾਏ ਜਾ ਰਹੇ ਆ। ਬੀਤੇ ਦਿਨੀ ਜਿਹੜਾ ਆਪਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਇਹ ਜਿਹੜੀ ਚੈਮਨਿਟਸ ਕਰਕੇ ਇੱਕ ਜਰਮਨ ਸਿਟੀ ਹੈਗੀ ਆ, ਉੱਥੇ ਕਾਰਲ ਮਾਰਕਸ ਸਿਟੀ ਵੀ ਉਸ ਨੂੰ ਜਿਹੜਾ ਕਿਹਾ ਜਾ ਰਿਹਾ ਵੀ ਕਮਿਊਨਿਸਟ ਆਈਕਨ ਦੇ ਨਾਂ ਦੇ ਉੱਤੇ, ਤੇ ਨਾਲ ਦੇ ਨਾਲ ਹੀ ਜਿਹੜਾ ਹਿਟਲਰ ਦੇ ਸਮਰਥਕ ਵਾਲੇ ਸਲੂਟ ਜਿਹੜੇ ਵੱਜ ਰਹੇ ਆ। ਜਰਮਨੀ ਦੇ ਵਿੱਚ ਗੈਰ ਕਾਨੂੰਨੀ ਆ, ਕ੍ਰਿਮੀਨਲ ਅਫੈਂਸ ਆ ਜੇ ਤੁਸੀਂ ਹਿਟਲਰ ਸਲੂਟ ਜਿਹੜਾ ਆ ਉਹ ਮਾਰਦੇ ਹੋ। ਤੇ ਜਰਮਨੀ ਦੇ ਵਿੱਚ ਕਾਫੀ ਜਿਹੜਾ ਰਿਫਿਊਜੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਮਸਲਾ ਹੈਗਾ। ਪਰ ਇਹ ਜਿਹੜਾ ਹੁਣ ਹਿਟਲਰ ਦੇ ਸਮਰਥਕ ਰਹਿ ਕੇ ਅਮਰੀਕਾ ਦੇ ਵਿੱਚ ਵੀ ਆਪਾਂ ਦੇਖਿਆ ਵੀ ਕਿੱਦਾਂ ਨਿਓ ਨਾਜ਼ੀ ਜਿਹੜੇ ਆ ਉਹ ਇੱਥੇ ਆ ਰਹੇ ਨੇ, ਉਹ ਹੌਲੀ ਹੌਲੀ ਆਪਣੀ ਕਹਿ ਲਓ ਵੀ ਸ਼ੈੱਲ ਦੇ ਵਿੱਚੋਂ ਬਾਹਰ ਆ ਰਹੇ ਨੇ। ਲੋਕਾਂ ਜਿਹੜਾ ਕੋਈ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਨ ਹੁੰਦਾ ਉਹਨਾਂ ਉੱਤੇ ਗੱਡੀ ਵੀ ਜਿਹੜੀ ਆ ਉਹ ਚਾੜ ਰਹੇ ਨੇ। ਤੇ ਸਾਡੇ ਰਾਸ਼ਟਰਪਤੀ ਉਹਨਾਂ ਨੂੰ ਕਹਿੰਦੇ ਆ ਵੀ ਦੇ ਆਰ ਗੁੱਡ ਪੀਪਲ ਔਨ ਬੋਥ ਸਾਈਡਸ, ਉਹਨਾਂ ਨੂੰ ਵੀ ਜਿਹੜਾ ਚੰਗਿਆਂ ਆਖੀ ਜਾਂਦੇ ਆ। ਤੇ ਹੁਣ ਉੱਦਾਂ ਹੀ ਜਿਹੜਾ ਜਰਮਨੀ ਦੇ ਵਿੱਚ ਵੀ ਇੱਦਾਂ ਦੇ ਹਾਲਾਤ ਆ ਇਸ ਟਾਈਮ ਬਣੇ ਹੋਏ ਨੇ। ਤੇ ਉੱਥੇ ਕਹਿੰਦੇ ਆ ਦੰਗਾ ਫਸਾਦ ਵੀ, ਹਿੰਸਕ ਝੜਪਾਂ ਜਿਹੜੀਆਂ ਹੋ ਰਹੀਆਂ। ਕੱਲ੍ਹ ਇੱਕ ਬੰਦੇ ਦੇ ਉੱਥੇ ਮਾਰੇ ਜਾਣ ਦੀ ਵੀ ਖਬਰ ਆ ਉੱਥੋਂ ਆਈ ਸੀ, ਜਿੱਥੇ ਵਾਈਸ ਚਾਂਸਲਰ ਜਿਹੜੀ ਆ ਐਂਜਲਾ ਮਰਕਲ ਹੈਗੀ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਇਹ ਚੀਜ਼ ਨੂੰ ਜਿਹੜਾ ਬਰਦਾਸ਼ਤ ਤਾਂ ਨਹੀਂ ਕਰਾਂਗੇ। ਸੋ ਮਸਲਾ ਅਜੇ ਤੱਕ ਉੱਥੇ ਉਹ ਹਟਿਆ ਨਹੀਂ ਹੈਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਪਿੱਛੇ ਜਿਹੇ ਉੱਥੇ ਇੱਕ ਬੁਕਾਨਨ ਹਾਈ ਸਕੂਲ ਜਿਹੜਾ ਹੈਗਾ ਆ, ਉੱਥੋਂ ਇੱਕ ਸਟੂਡੈਂਟ ਨੂੰ ਪੁਲਿਸ ਨੇ ਅਰੈਸਟ ਕੀਤਾ ਸੀ ਵੀ ਜੋ ਕਿ ਕਾਇਲ ਡੋਵੈਲ 18 ਸਾਲਾਂ ਦਾ, ਜੋ ਕਹਿ ਰਿਹਾ ਸੀ ਵੀ ਮੈਂ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਕਰਨੀ ਹੈਗੀ ਆ ਗ੍ਰੈਜੂਏਸ਼ਨ ਦੇ ਉੱਤੇ। ਤੇ ਲੱਕਲੀ ਜਿਹੜੀ ਆ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਅਥਾਰਟੀ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਸੀ ਜੂਨ 4 ਨੂੰ। ਤੇ ਹੁਣ ਜਿਹੜਾ ਆ ਉਸ ਨੂੰ ਜੱਜ ਨੇ ਛੱਡ ਦਿੱਤਾ ਹੈਗਾ ਆ। ਅਗਸਤ 23 ਨੂੰ ਜਿਹੜੀ ਫ੍ਰਿਜ਼ਨੋ ਸੁਪੀਰੀਅਰ ਕੋਰਟ ਜੱਜ ਹੈਗੀ ਆ ਮਾਈਕਲ ਜੀ ਇਦਿਆਰਟ, ਉਹਨਾਂ ਨੇ ਕਿਹਾ ਵੀ ਇਹਨੂੰ ਜਿਹੜੀ ਆ ਮੈਂਟਲ ਹੈਲਥ ਟਰੀਟਮੈਂਟ ਦੀ ਜ਼ਰੂਰਤ ਹੈਗੀ ਆ। ਤੇ ਪਲੱਸ ਉਹਦੀ ਜਿਹੜਾ ਲੱਤ ਦੇ ਉੱਤੇ GPS ਮੋਨੀਟਰ ਜਿਹੜਾ ਲਾ ਦਿੱਤਾ ਆ। ਤੇ ਉਹਨੂੰ ਇਹ ਵੀ ਕਿਹਾ ਗਿਆ ਵੀ ਉਹ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਗਨਸ ਆ ਉਹਨਾਂ ਤੋਂ ਦੂਰ ਰਹੇ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਜਿਹੜੀ ਉਹ ਸਾਂਝੀ ਕਰਦੇ ਹਾਂ। 2016 ਦੇ ਵਿੱਚ ਕਹਿੰਦੇ ਤਕਰੀਬਨ 2.5 ਲੱਖ ਬੰਦਾ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਗੋਲੀਬਾਰੀ ਜਿਹੜਾ ਆ ਫਾਇਰ ਆਰਮਸ ਦੇ ਕਰਕੇ ਜਿਹੜਾ ਆ ਉਹ ਮਾਰਿਆ ਗਿਆ ਆ। ਕਹਿੰਦੇ ਉਸ ਦੇ ਵਿੱਚੋਂ ਜਿਹੜੇ ਅੱਧੀਆਂ ਮੌਤਾਂ ਆ ਉਹ ਸਿਰਫ 6 ਮੁਲਕਾਂ ਦੇ ਵਿੱਚ ਜਿਹੜੀਆਂ ਹੋਈਆਂ, ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਆ। ਯੂਨੀਵਰਸਿਟੀ ਆਫ ਵਾਸ਼ਿੰਗਟਨ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ, ਉਹਨਾਂ ਦੀ ਜਿਹੜੀ ਲੇਟੈਸਟ ਸਟੱਡੀ ਸੀ ਉਸ ਦੇ ਵਿੱਚ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ। 2016 ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਬ੍ਰਾਜ਼ੀਲ ਦੇ ਵਿੱਚ ਜਿਹੜੀਆਂ 43,200 ਮੌਤਾਂ ਜਿਹੜੀਆਂ ਫਾਇਰ ਆਰਮਸ ਗੋਲੀਬਾਰੀ ਦੇ ਨਾਲ ਜਿਹੜੀਆਂ ਹੋਈਆਂ ਆ ਉਹ ਹੋਈਆਂ ਆ। ਤੇ ਦੂਜੇ ਨੰਬਰ ਤੇ ਅਮਰੀਕਾ ਜਿਹੜਾ ਆ ਉਹ ਇਸ ਦੇ ਵਿੱਚ ਆਇਆ 37,200 ਮੌਤਾਂ ਜਿਹੜੀਆਂ ਆ ਉਹ ਅਮਰੀਕਾ 'ਚ ਹੋਈਆਂ ਆ। ਮੈਕਸੀਕੋ ਨੂੰ ਕਿੰਨਾ ਅਨਸੇਫ ਸਾਰਾ ਕੁਛ ਜਿਹੜਾ ਆ ਉਹ ਆਖਿਆ ਜਾਂਦਾ ਆ। ਉੱਥੇ ਅਮਰੀਕਾ ਨਾਲੋਂ ਅੱਧੇ ਤੋਂ ਵੀ ਜਿਹੜੀਆਂ ਘੱਟ ਜਿਹੜੀਆਂ ਮੌਤਾਂ ਆ ਉਹ ਹੋਈਆਂ, 15,400 ਮੌਤਾਂ। ਵੈਨੇਜ਼ੁਏਲਾ ਦੇ ਵਿੱਚ 13,300, ਕੋਲੰਬੀਆ 'ਚ 12,800, ਗੁਆਟਾਮਾਲਾ 'ਚ 5,090 ਜਿਹੜੀਆਂ ਆ ਉਹ ਮੌਤਾਂ ਹੋਈਆਂ। ਜੇ ਆਪਾਂ ਹਰਜੋਤ ਸਿੰਘ ਦੀ ਨਜ਼ਰ ਮਾਰੀਏ, ਇਹ ਸਿਰਫ ਤੇ ਸਿਰਫ ਜਿਹੜਾ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੇ ਵਿੱਚ ਹੀ ਇਹ ਦੇਖੋ ਕਿੰਨੀਆਂ ਗੋਲੀਬਾਰੀ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ। ਬਾਕੀ ਵਿਸ਼ਵ ਦੇ ਵਿੱਚ ਜਿਹੜੀਆਂ ਆ ਇਹਨਾਂ ਦੇ ਮੁਕਾਬਲੇ ਜਿਹੜੀਆਂ ਘੱਟ ਮੌਤਾਂ ਉਹ ਦੇਖੀਆਂ ਗਈਆਂ ਨੇ। ਸੋ ਇਹ 2016 ਦੀ ਸਟੱਡੀ ਦੇ ਵਿੱਚ ਇਹ ਆંકੜੇ ਸਾਹਮਣੇ ਆਏ ਆ। ਤੇ ਅਮਰੀਕਾ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਜਿਹੜੀ ਆ ਉਹ ਹੋਸ਼ ਵੀ ਕਰਨੀ ਚਾਹੀਦੀ ਆ ਤੇ ਕੋਈ ਸਬਕ ਵੀ ਜਿਹੜਾ ਕਿਤੇ ਨਾ ਕਿਤੇ ਉਹ ਲੈਣਾ ਚਾਹੀਦਾ ਆ। ਬ੍ਰਾਜ਼ੀਲ, ਮੈਕਸੀਕੋ, ਵੈਨੇਜ਼ੁਏਲਾ, ਕੋਲੰਬੀਆ, ਗੁਆਟਾਮਾਲਾ ਦੇ ਨਾਲੋਂ ਕਈ ਗੁਣਾ ਵਿਕਸਿਤ ਜਿਹੜਾ ਆ ਉਹ ਅਮਰੀਕਾ ਅੱਗੇ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਕੀ ਹੋਊਗਾ। ਪਰ ਆਪਾਂ ਦੇਖਿਆ ਹੀ ਆ ਵੀ ਇੱਥੇ ਜਿਹੜਾ ਜਦੋਂ ਗਨ ਵਾਇਲੈਂਸ ਨੂੰ ਲੈ ਕੇ ਜਿਹੜਾ ਹੁੰਦਾ ਆ ਫਿਰ ਕਿਤੇ ਨਾ ਕਿਤੇ ਜਿਹੜੀ ਆ ਜ਼ਰੂਰ ਇੱਥੇ ਫਿਰ ਜਿਹੜਾ ਸੈਗਮੈਂਟ, ਕਿਉਂਕਿ ਸੈਕਿੰਡ ਅਮੈਂਡਮੈਂਟ ਆ ਉਹ ਕਹਿੰਦਾ ਆ ਵੀ ਤੁਹਾਨੂੰ ਰਾਈਟ ਹੈਗਾ ਆ, ਤੁਸੀਂ ਆਰਮਸ ਜਿਹੜੇ ਆ ਫਾਇਰ ਆਰਮਸ ਜਿਹੜੇ ਆ ਉਹ ਰੱਖ ਸਕਦੇ ਹੋ।
ਉਹਦੇ ਚੱਲਦਿਆਂ ਕੁਛ ਹੋ ਰਿਹਾ, ਪਰ ਕ੍ਰਿਮੀਨਲ ਤੱਕ ਜਿਹੜੀਆਂ ਗਨਸ ਰੋਕਣੀਆਂ ਜਾਣੀਆਂ ਕਿੱਦਾਂ ਕੰਮ ਹੋਊਗਾ, ਕਿੱਦਾਂ ਮੈਂਟਲ ਇਸ਼ੂ ਵਾਲੇ ਬੰਦਿਆਂ ਦੇ ਕੋਲ ਜਿਹੜੀਆਂ ਗਨਸ ਜਿਹੜੀਆਂ ਜਾਣ ਉਹਨੂੰ ਕਿੱਦਾਂ ਰੋਕਿਆ ਜਾ ਸਕਦਾ ਆ, ਉਸ ਉੱਤੇ ਜ਼ਰੂਰ ਵਰਕਆਊਟ ਕਰਨ ਦੀ ਜ਼ਰੂਰਤ ਆ ਜੀ। ਤੇ ਅਗਲੀ ਖਬਰ ਜਿਹੜੀ ਆ ਯੂਬਾ ਸਿਟੀ ਏਰੀਏ ਤੋਂ ਆ ਰਹੀ ਹੈ। ਯੂਬਾ ਸਿਟੀ ਏਰੀਏ ਦੇ ਵਿੱਚ ਇੱਕ ਗ੍ਰੈਗਰੀ ਸਕਾਟ ਕਰਟਨੀ ਨਾਂ ਦੇ ਬੰਦੇ ਨੂੰ ਫੜਿਆ ਗਿਆ ਆ ਕੈਲ ਫਾਇਰ ਵੱਲੋਂ। ਮੈਰੀ ਐਲਰਿਚ ਜੋ ਕਿ ਕੈਲ ਫਾਇਰ ਦੇ ਇਨਫੋਰਮੇਸ਼ਨ ਆਫਿਸਰ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬੰਦਾ ਆ ਗ੍ਰੈਗਰੀ, ਇਸ ਨੇ ਕਈ ਵਾਰੀ ਜਿਹੜਾ ਆ ਸੁੱਕਾ ਘਾਹ ਆ ਉੱਥੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਕਈ ਜਗ੍ਹਾ ਅੱਗ ਲਾਈ ਵੀ ਗਈ, ਜੋ ਕਿ ਇਮੀਡੀਏਟਲੀ ਜਿਹੜੀ ਆ ਬੁਝਾ ਦਿੱਤੀ ਗਈ। ਸੋ ਉਹਦੇ ਨਾਲ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਸੀ, ਕਿਉਂਕਿ ਜਦੋਂ ਜ਼ਿਆਦਾ ਹਵਾਵਾਂ ਚੱਲਦੀਆਂ ਛੋਟੀ ਜਿਹੀ ਅੱਗ ਵੀ ਆ ਜਿਹੜੀ ਆ ਉਹ ਬਹੁਤ ਵੱਧ ਜਾਂਦੀ ਹੈਗੀ ਆ। ਸੋ ਉਹਨੂੰ ਜਿਹੜਾ ਆ ਹੁਣ ਕਰਟਨੀ ਨੂੰ ਪਲੇਸਰ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਉਹਦੀ ਬੇਲ ਜਿਹੜੀ ਆ $2.4 ਮਿਲੀਅਨ ਰੱਖੀ ਗਈ ਆ। ਸੋ ਕੈਲ ਫਾਇਰ ਵੱਲੋਂ ਇਹ ਕਿਹਾ ਗਿਆ ਵੀ ਜਿਹੜੀ ਇੱਦਾਂ ਦੀ ਇੰਸੀਡੈਂਟ ਆ ਇਹਨੂੰ ਬਹੁਤ ਹੀ ਸੀਰੀਅਸਲੀ ਲਿਆ ਜਾ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਮਹੀਨਿਆਂ ਦੇ ਵਿੱਚ ਤੇ ਪਿਛਲੇ ਸਾਲ ਮਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਕੈਲੀਫੋਰਨੀਆ ਦੇ ਵਿੱਚ ਹੋਇਆ ਅੱਗਾਂ ਦੇ ਨਾਲ, ਤੇ ਹਜੇ ਵੀ ਬਹੁਤ ਸਾਰੇ ਜਿਹੜੇ ਏਰੀਏ ਆ ਉੱਥੇ ਜਿਹੜੀਆਂ ਫਾਇਰ ਆ ਹਜੇ ਵੀ ਬੁਝੀਆਂ ਨਹੀਂ ਹੈਗੀਆਂ। ਜੀ 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 ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਣਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਉਹ ਸਮਾਪਤੀ ਵੱਲ ਨੂੰ ਆ, ਤੇ ਕਿਉਂਕਿ ਕੱਲ ਜਿਹੜਾ ਆ ਉੱਥੇ ਕਾਫੀ ਰੌਲਾ ਰੱਪਾ ਵੀ ਰਿਹਾ ਪੰਜਾਬ ਦੇ ਵਿੱਚ ਵੀ, ਸੋ ਕਾਫੀ ਉਸ ਦੀਆਂ ਵੀ ਜਿਹੜੀਆਂ ਚਰਚਾਵਾਂ ਜਿਹੜੀਆਂ ਆਪਾਂ ਮਿੰਟੂ ਹੁਣਾਂ ਦੇ ਨਾਲ ਜਿਹੜੀਆਂ ਉਹ ਕਰਾਂਗੇ ਕੀ ਕੁਛ ਜਿਹੜਾ ਉੱਥੇ ਵਾਪਰਿਆ। ਸੋ ਕਈ ਵਾਰੀ ਕਿਉਂਕਿ ਫਿਰ ਸਮਾਂ ਵੀ ਫਿਰ ਉਹ ਸਾਰੀਆਂ ਚੀਜ਼ਾਂ ਦੱਸਣ ਨੂੰ ਜਿਹੜਾ ਕਈ ਵਾਰੀ ਜ਼ਿਆਦਾ ਲੱਗ ਜਾਂਦਾ ਹੈ। ਤੇ ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਿਸ ਵੱਲ ਆ ਜੀ? ਅਗਲੀ ਖਬਰ ਆਪਾਂ ਟੈਸਲਾ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਚਾਹੁੰਦੇ ਆ ਵੀ ਅਸੀਂ ਟੈਸਲਾ ਖਰੀਦੀਏ ਤੇ ਥੋੜਾ ਸ਼ੋ ਅਪ ਵੀ ਕਰੀਏ। ਤੇ ਟੈਸਲਾ ਕਹਿੰਦੇ ਵੀ ਇੱਕ ਬੰਦੇ ਨੇ ਟੈਸਲਾ ਕਾਰ ਖਰੀਦੀ, ਉਹ ਕਹਿੰਦਾ ਵੀ ਗ੍ਰੈਗ ਫਰਸਟਵੈਂਥ ਨਾਂ ਦਾ ਜਿਹੜਾ ਇਹ ਬੰਦਾ ਆ ਸਿਆਟਲ ਏਰੀਏ 'ਚ ਰਹਿੰਦਾ, ਕਹਿੰਦਾ ਵੀ ਜਦੋਂ ਮੈਂ ਇਹ ਟੈਸਲਾ ਖਰੀਦੀ ਤੇ ਉਹ ਤੋਂ ਮਾਡਲ ਸਭ ਪਹਿਲੇ ਖਰੀਦਣ ਵਾਲਿਆਂ 'ਚੋਂ ਸੀਗਾ। ਉਹ ਪ੍ਰੀ ਆਰਡਰ ਕੀਤੀ ਸੀ 2013 ਦੇ ਵਿੱਚ, ਤੇ ਜਦੋਂ ਖਰੀਦੀ ਉਹ ਤੋਂ ਬਾਅਦ ਕਹਿੰਦਾ ਸਰਵਿਸ ਵਗੈਰਾ ਲਈ ਬਹੁਤ ਟੈਸਲਾ ਵਾਲੇ ਬੱਲੇ ਬੱਲੇ ਕਰਦੇ ਰਹੇ, ਹਮੇਸ਼ਾ ਕਾਲ ਕਰਦੇ ਸੀ, ਬੁਲਾਉਂਦੇ ਸੀ, ਜਿੱਦਾਂ ਦੀ ਵੀ ਸਰਵਿਸ ਹੁੰਦੀ ਸੀ ਉਹ ਕਰਦੇ ਸੀ। ਉਹ ਤੋਂ ਬਾਅਦ ਜਦੋਂ ਹੀ ਉਹਦੀ ਕਹਿੰਦਾ ਵਾਰੰਟੀ ਖਤਮ ਹੋਈ ਤੇ ਉਹ ਭੁੱਲੇ ਗਏ ਵੀ ਉਹਨਾਂ ਨੇ ਮੈਨੂੰ ਟੈਸਲਾ ਕਾਰ ਵੀ ਦਿੱਤੀ ਸੀ। ਸੋ ਉਹਦੇ ਵਿੱਚ ਕਹਿੰਦਾ ਬਹੁਤ ਸਾਰੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਮਾਡਲ ਐਸ ਦੇ ਵਿੱਚ, ਤੇ ਜਿਹੜੇ ਟੈਸਲਾ ਦੇ ਪਾਰਟਸ ਨਹੀਂ ਕਿਤੋਂ ਮਿਲ ਰਹੇ ਸੀ, ਤੇ ਟੈਸਲਾ ਦੇ ਕਹਿੰਦਾ ਜੇ ਮੈਂ ਸਰਵਿਸ ਤੇ ਜਾਂਦਾ ਸੀ ਕੋਈ ਕਿਸੇ ਤਰ੍ਹਾਂ ਦੀ ਕਾਰ ਨਹੀਂ, ਮੈਨੂੰ ਉਹ ਲੋਨਰ ਕਾਰ ਨਹੀਂ ਦਿੰਦੇ ਸੀਗੇ ਤੇ ਪੂਰੀ ਦਿਹਾੜੀ ਖਤਮ ਹੁੰਦੀ ਸੀ। ਉਹ ਤੋਂ ਬਾਅਦ ਕੋਈ ਮਕੈਨਿਕ ਨਹੀਂ ਲੱਭ ਰਿਹਾ ਸੀ, ਕਿਉਂਕਿ ਟੈਸਲਾ ਦੇ ਜਿਹੜੇ ਆ ਜਦੋਂ ਵੀ ਕੋਈ ਵਰਕ ਹੁੰਦਾ ਹੈਗਾ ਆ, ਰੀਪੇਅਰ ਆ ਜਾਂ ਉਹਦੀ ਮੇਨਟੇਨੈਂਸ ਆ, ਉਹ ਉਹਨਾਂ ਦੇ ਜਿਹੜੇ ਆਥੋਰਾਈਜ਼ ਸੈਂਟਰ ਹੈਗੇ ਉਹ ਬੜੇ ਘੱਟ ਹੈਗੇ ਆ ਇਸ ਟਾਈਮ ਦੇ ਉੱਤੇ। ਤੇ ਉਹ ਕਹਿੰਦਾ ਵੀ ਇੱਕ ਟਾਈਮ ਤਾਂ ਮੈਂ ਇੰਨਾ ਫੈਡਅਪ ਹੋ ਗਿਆ ਵੀ ਮੈਂ ਸੋਚਿਆ ਵੀ ਮੈਂ ਆਪਣੀ ਕਾਰ ਨੂੰ ਜਿਹੜੀ ਆ ਅੱਗ ਲਾ ਦੇਣੀ ਹੈਗੀ ਆ, ਵੀ ਇਹਦੇ ਇੰਨੇ ਜ਼ਿਆਦਾ ਜਿਹੜੇ ਇਹਦੇ ਵਿੱਚ ਨੁਕਸ ਨਿਕਲ ਰਹੇ। ਕਦੇ ਕਹਿੰਦਾ ਵਿੰਡੋ ਦੇ ਵਿੱਚ ਨੁਕਸ ਆਉਂਦਾ ਸੀ, ਕਦੇ ਜਿਹੜੀ ਟੇਲ ਲਾਈਟਸ ਦੇ ਵਿੱਚ ਦੀ ਫੇਲਿੰਗ, ਡੋਰ ਹੈਂਡਲਸ, ਪੈਸੰਜਰ ਵਿੰਡੋ ਜਿਹੜਾ ਬਿਹਾਈਂਡ ਦਾ ਡਰਾਈਵਰ। ਤੇ ਉਹ ਕਹਿੰਦਾ ਵੀ ਇੱਕ ਟਾਈਮ ਮੈਂ ਗਿਆ ਉਹਨਾਂ ਦੇ ਕੋਲ ਤੇ ਉਹ ਕਹਿੰਦੇ ਵੀ $14,000 ਤੇਰਾ ਕੋਸਟ ਲੱਗੂਗਾ ਰਾਜਕਨਵੀਰ ਸਿੰਘ ਜੀ ਪਈ ਫਿਕਸ ਕਰਨ ਨੂੰ। ਤੇ ਉਸ ਤੋਂ ਬਾਅਦ ਕਹਿੰਦਾ ਮੈਂ ਕਿਹਾ ਵੀ ਇਹ ਤਾਂ ਟੂ ਮੱਚ ਆ, ਤੇ ਮੈਂ ਆਪਣੇ ਆਪ ਜਿਹੜਾ ਆ ਫਿਗਰ ਆਊਟ ਕਰਨਾ ਸ਼ੁਰੂ ਕੀਤਾ ਵੀ ਇਸ ਨੂੰ ਫਿਕਸ ਕਿਸ ਤਰ੍ਹਾਂ ਕਰਨਾ ਹੈਗਾ। ਨਾ ਤਾਂ ਡਾਇਗਨੋਸ ਕਰਨ ਲਈ ਕਿਸੇ ਤਰ੍ਹਾਂ ਦਾ ਉਹਦੇ ਕੋਲ ਇਕਵਿਪਮੈਂਟ ਸੀ ਤੇ ਨਾ ਹੀ ਪਾਰਟਸ। ਤੇ ਕਹਿੰਦਾ ਜਦੋਂ ਮੈਂ ਸਾਰਾ ਕੁਛ ਲੱਭਣਾ ਸ਼ੁਰੂ ਕੀਤਾ ਤੇ ਉਹ ਬੰਦੇ ਨੇ ਆਪਣੇ ਆਪੇ ਜਿਹੜੀ ਆ ਉਹ ਟੈਸਲਾ ਦੀ ਕਾਰ ਆ ਉਸ ਨੂੰ ਫਿਕਸ ਕਰ ਲਿਆ। ਜਦੋਂ ਕਿ ਟੈਸਲਾ ਵਾਲੇ ਕਹਿੰਦੇ ਹੈਗੇ ਆ ਵੀ ਸਾਡੀ ਕਾਰ ਨੂੰ ਓਪਨ ਕਰਕੇ ਜਿਹੜਾ ਆ ਫਿਕਸ ਕਰਨਾ ਬਹੁਤ ਔਖਾ ਹੈਗਾ। ਉਹ ਕਹਿੰਦਾ ਮੈਂ ਕੱਲਾ ਕੱਲਾ ਪਾਰਟ ਓਪਨ ਕਰਕੇ ਜਿਹੜੀ ਆ ਕਾਰ ਫਿਕਸ ਕਰ ਲਈ ਆ, ਤੇ ਫਿਕਸ ਕਰਨ ਤੋਂ ਬਾਅਦ 2000 ਮੀਲ ਇਹਦੇ ਉੱਤੇ ਆਲਰੇਡੀ ਪੈ ਚੁੱਕੇ ਹੈਗੇ ਆ। ਡੈਟਰੋਇਟ ਤੋਂ ਮਿਸ਼ੀਗਨ ਉਹ ਜਾ ਚੁੱਕਾ ਹੈਗਾ ਆ। ਸੋ ਇਹ ਜਿਹੜਾ ਨੌਜਵਾਨ ਆ ਇਹਦੀ ਕਾਫੀ ਚਰਚਾ ਜਿਹੜੀ ਆ ਮੀਡੀਆ ਦੇ ਵਿੱਚ ਹੋ ਰਹੀ ਆ। ਬਿਲਕੁਲ ਬਿਲਕੁਲ। ਵਾਰੰਟੀ ਤੋਂ ਬਾਅਦ ਤਾਂ ਕੋਈ ਵੀ ਜਿਹੜਾ ਹੱਥ ਪੱਲਾ ਨਹੀਂ ਫੜਾਉਂਦਾ, ਚਾਹੇ ਉਹ ਟੈਸਲਾ ਹੈ ਤੇ ਚਾਹੇ ਉਹ ਫੋਰਡ ਹੋਵੇ, ਚਾਹੇ ਕੋਈ ਵੀ ਆ। ਇਹ ਕੁਛ ਤਾਂ ਮੈਨੂੰ ਲੱਗਦਾ ਆਮ ਹੀ ਜਿਹੜੀ ਇੱਕ ਗੱਲ ਹੈਗੀ ਆ। ਅਗਲੀ ਜਿਹੜੀ ਗੱਲ ਆਪਾਂ ਕਰਦੇ ਹਾਂ AT&T ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆ। AT&T ਕਹਿੰਦੇ ਵੀ ਅਜੇ ਕਾਫੀ ਪ੍ਰੋਫਿਟ ਜਿਹੜੇ ਉਹਦੇ ਵਿੱਚ ਚੱਲ ਰਹੀ ਆ, ਪਰ ਉਸ ਦੇ ਬਾਵਜੂਦ ਉਹ AT&T ਵਾਲੇ ਲੇਆਫਸ ਲਗਾਤਾਰ ਜਿਹੜੇ ਆ ਉਹ ਕਰੀ ਜਾ ਰਹੇ ਆ। ਸੋ ਕਹਿੰਦੇ ਆ ਵੀ ਉਹਨਾਂ ਨੇ $20 ਬਿਲੀਅਨ ਦੀ ਸੇਵਿੰਗ ਤਾਂ ਜਿਹੜੇ ਟੈਕਸ ਟਰੰਪ ਟੈਕਸ ਰਿਫਾਰਮਸ ਆ ਉਹਦੇ ਵਿੱਚ ਜਿਹੜੀ ਉਹ ਕੀਤੀਆਂ, ਤੇ ਨਾਲ ਹੀ ਉਹਨਾਂ ਨੇ
44 ਕਾਲ ਸੈਂਟਰ ਜਿਹੜੇ ਆ ਉਹ ਬੰਦ ਕਰ ਚੁੱਕੇ ਨੇ 2011 ਤੋਂ ਬਾਅਦ ਦੇ ਵਿੱਚ। ਤਾਂ ਹੀ ਜਦੋਂ AT&T ਵਾਲੇ ਹੁਣ ਹੈਗੇ ਨੇ ਬਹੁਤ ਸਾਰੇ ਆਪਣੇ ਲੋਕ ਵੀ ਜਿਹੜੇ ਯੂਜ਼ ਉਸ ਦੀ ਸਰਵਿਸਿਜ਼ ਜਿਹੜੀਆਂ ਉਹ ਕਰਦੇ ਨੇ, ਫਿਰ ਬੰਦਾ ਜਿਹੜਾ ਉਹਨਾਂ ਨੂੰ ਕਾਲ ਕਰਨ ਲਈ ਜਿਹੜਾ ਉਹ ਬੰਦਾ ਲੱਭਦਾ ਨਹੀਂ ਹੁੰਦਾ ਜੇ ਕੋਈ ਸਮੱਸਿਆ ਜਿਹੜੀ ਆ ਉਹ ਆ ਜਾਵੇ। 2011 ਤੋਂ ਲੈ ਕੇ ਹੁਣ ਤੱਕ ਕਹਿੰਦੇ AT&T ਦੇ ਨਾਲ ਸੰਬੰਧਿਤ 16,000 ਲੋਕ ਆ ਉਹ ਨੌਕਰੀ ਤੋਂ ਹੱਥ ਜਿਹੜੇ ਆ ਉਹਨਾਂ ਨੇ ਧੋਏ ਨੇ, ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਆ। ਸੋ ਕਾਫੀ ਪਹਿਲਾਂ ਆਫਸ਼ੋਰ ਇਹਨਾਂ ਦੀਆਂ ਜਿੱਦਾਂ ਇੰਡੀਆ, ਫਿਲੀਪੀਨਜ਼, ਮੈਕਸੀਕੋ, ਇੱਥੇ ਇਹਨਾਂ ਦੇ ਕਾਲ ਸੈਂਟਰ ਸੀਗੇ। ਹੌਲੀ ਹੌਲੀ ਜਿਹੜੇ ਸਾਰੇ ਕਾਲ ਸੈਂਟਰਸ ਜਿਹੜੇ ਆ ਉੱਧਰ ਬੰਦ ਕਰ ਰਹੇ ਆ। ਜਿੱਦਾਂ ਦੱਸਿਆ ਵੀ ਜਿਹੜੇ ਟਰੰਪ ਟੈਕਸ ਰਿਫਾਰਮ ਸੀ ਉਹਦੇ ਵਿੱਚ ਉਹਨਾਂ ਨੂੰ ਕਾਫੀ ਫਾਇਦਾ ਹੋਣਾ ਸੀਗਾ। ਆਈ ਥਿੰਕ ਉਹ ਜਿਹੜੇ ਉਹਦੇ ਕਰਕੇ ਜਿਹੜੇ ਸ਼ਾਇਦ ਲੋਕਾਂ ਨੂੰ ਇੱਥੇ ਜਿਹੜੀ ਜੌਬਸ ਦੇਣ ਦੀ ਕੋਸ਼ਿਸ਼ ਕਰ ਰਿਹਾ, ਸ਼ਾਇਦ ਤਾਂ ਹੀ ਉਹਨਾਂ ਨੂੰ ਇਹ ਟੈਕਸ ਰਿਫਾਰਮ ਦੇ ਵਿੱਚ ਇੰਨਾ ਫਾਇਦਾ ਮਿਲਣਾ ਆ ਜੀ। ਤੇ ਸਾਡਾ ਸਮਾਂ ਸਮਾਪਤ ਆ ਤੇ ਜਾਂਦੇ ਜਾਂਦੇ ਖਬਰ ਸਾਂਝੀ ਕਰਦੇ ਜਾਈਏ। ਕਹਿੰਦੇ ਵੀ ਮਲੇਸ਼ੀਆ ਦੇ ਵਿੱਚ ਗੁਰਦੁਆਰਾ ਸਾਹਿਬ ਬਰਚਮ ਈਪੋ ਉਹਦੇ ਲਾਗੇ ਇੱਕ ਮੁਸਲਮਾਨ ਜਾ ਰਿਹਾ ਸੀ ਤੇ ਉਹ ਮੌਸਕ ਲੱਭ ਰਿਹਾ ਸੀ, ਉਹਨੂੰ ਲੱਭੀ ਨਹੀਂ। ਫਿਰ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਤੇ ਜਿੱਥੇ ਪਾਠ ਚੱਲ ਰਿਹਾ ਸੀ ਤੇ ਉੱਥੇ ਜਾ ਕੇ ਉਸਨੇ ਨਮਾਜ਼ ਪੜ੍ਹਨੀ ਜਿਹੜੀ ਸ਼ੁਰੂ ਕਰ ਦਿੱਤੀ ਤੇ ਕਿਸੇ ਨੇ ਉਹ ਜਿਹੜੀ ਵੀਡੀਓ ਆ ਉਹ ਬਣਾ ਕੇ YouTube ਤੇ ਪਾ ਦਿੱਤੀ ਤੇ ਕਹਿੰਦੇ ਵੀ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਤੇ ਵੀ ਸਿੱਖ ਚੁੱਪ ਚਪੀਤੇ ਆਪਣਾ ਕੀਰਤਨ ਸੁਣ ਰਹੇ ਤੇ ਉਹ ਵੀ ਚੁੱਪ ਚਪੀਤੇ ਆਪਣੀ ਜਿਹੜੀ ਨਮਾਜ਼ ਪੜ੍ਹ ਰਿਹਾ ਆ। ਤੇ ਇਹ ਕਹਿੰਦੇ ਵੀ ਜਿਹੜਾ ਮੈਸੇਜ ਬਹੁਤ ਪਾਵਰਫੁਲ ਮੈਸੇਜ ਗਿਆ ਵੀ ਗੋਡ ਇਜ਼ ਵਨ। ਸੋ 45,000 ਟਾਈਮ ਤੋਂ ਵੱਧ ਕਹਿੰਦੇ ਫੇਸਬੁੱਕ ਤੇ ਟਵਿੱਟਰ ਤੇ ਇਹ ਵਿਊ ਹੋ ਚੁੱਕੀ ਹੈ ਕੁਝ ਕੁ ਘੰਟਿਆਂ ਦੇ ਵਿੱਚ। ਸੋ ਬਹੁਤ ਵਧੀਆ ਜਿਹੜਾ ਇਹ ਕੰਮ ਹੋਇਆ ਹੈਗਾ। ਬਿਲਕੁਲ ਸਾਂਝੀਵਾਲਤਾ ਦਾ ਇੱਕ ਪ੍ਰਤੀਕ ਜਿਹੜਾ ਨਜ਼ਰ ਆਉਂਦਾ ਹੈ ਵੀ ਸਾਰੇ ਜਿਹੜੇ ਆ ਆਪਸੀ ਭੈਣ ਭਰਾ ਨੇ ਤੇ ਮਿਲ ਜੁਲ ਕੇ ਜੇ ਰਹਿਣ ਤਾਂ ਕਿਸੇ ਨੂੰ ਕੋਈ ਦਿੱਕਤ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਹਾਂ ਜੇ ਕੋਈ ਹੋਊਗਾ ਗੁੱਸਾ ਕਰਨ ਵਾਲਾ ਆ ਉਹਨੇ ਤਾਂ ਫਿਰ ਬਾਤ ਦਾ ਪਤੰਗੜ ਤਾਂ ਫਿਰ ਬਣਾ ਹੀ ਲੈਣਾ ਹੁੰਦਾ ਹੈ ਜੀ। ਤੇ ਹਰਜੋਤ ਸਿੰਘ ਜੀ ਇੱਥੇ ਹੀ ਸਮਾਂ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਆਪਣੇ ਸਾਰੇ ਸਰੋਤਿਆਂ ਨੂੰ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ऐसे बंदे दी लाइफ